ਜੇ ਸौ ਚੰਦਾ ਉਗਵਹਿ, ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦਿਆ, ਗੁਰ ਬਿਨ ਘੋਰ ਅੰਧਾਰ। ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ। ਬਿਨ ਸ਼ਬਦੇ ਜਗ ਬਉਰਾਨੰ, ਜੀਤਾ ਜੀਉ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੈ ਜਨ ਨਾਨਕ। ਜਿਹਾ ਤੂੰ ਕਰਾਏ, ਤਿਹਾ ਹਉ ਕਰੀ ਬਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ, ਤਿਹਾ ਹਉ ਕਰੀ ਬਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ, ਆਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਤਿਅੰਤ ਕਿਰਪਾ, ਰਹਿਮਤ, ਬਖਸ਼ਿਸ਼ ਦਾ ਸਦਕਾ ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨ ਦੇ ਵਿੱਚ ਅੰਮ੍ਰਿਤਮਈ 5 ਗੁਰਬਾਣੀਆਂ ਦੇ ਨਿਤਨੇਮ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਇਸ ਸੁਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ। ਆਓ ਹੁਣ ਕੁਝ ਸਮੇਂ ਵਾਸਤੇ ਜੋ ਇਸ ਵਿਦਿਆਲੇ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ, ਰਹਿਮਤ, ਬਖਸ਼ਿਸ਼ ਦਾ ਸਦਕਾ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਉਸ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸੁਣ ਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਸਿੱਧ ਪੀਰ ਸੁਰਨਾਥ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਕਿ ਜਿਹੜਾ ਸੁਣਨ ਦਾ ਕੀ ਮਹਾਤਮ ਆ। ਆਮ ਤੌਰ 'ਤੇ ਦੁਨੀਆ ਦੇ ਲੋਕ ਕੰਨਾਂ ਦੇ ਨਾਲ ਆਪਣੀ ਵਡਿਆਈ, ਪਰਾਈ ਦੀ ਨਿੰਦਾ ਸੁਣਦੇ ਆ, ਪਰ ਨਹੀਂ, ਇਹ ਕੰਨ ਪਰਮੇਸ਼ਰ ਨੇ ਪਰਮੇਸ਼ਰ ਦੀ ਬੰਦਗੀ ਸੁਣਨ ਵਾਸਤੇ ਲਾਏ ਆ। ਫਿਰ ਜਿਸ ਤਰ੍ਹਾਂ ਕਿ ਸਮਾਜ ਦੇ ਵਿੱਚ
ਬੀਬੀਆਂ ਇਹਨਾਂ ਕੰਨਾਂ ਨੂੰ ਵਿੰਨ੍ਹਦੀਆਂ ਵੀ, ਮੋਰੀਆਂ ਵੀ ਕੱਢਦੀਆਂ। ਇਹਨਾਂ ਕੰਨਾਂ ਦੇ ਵਿੱਚ ਸੋਨੇ ਚਾਂਦੀ ਦੇ ਗਹਿਣੇ ਪਾਏ ਜਾਂਦੇ ਆ, ਪਰ ਇਹ ਪਰਮੇਸ਼ਰ ਦੀ ਰਜ਼ਾ ਦੇ ਉਲਟ ਆ। ਜਿਵੇਂ ਜੋਗੀ ਲੋਕ ਕੰਨ ਪਾੜ ਕਰਕੇ ਮੁੰਦਰਾਂ ਪਾਉਂਦੇ ਆ, ਦੋਨਾਂ ਕੰਨਾਂ ਨੂੰ ਪਾੜਦੇ ਆ ਤੇ ਇਹਨਾਂ ਵਿੱਚ ਮੁੰਦਰਾਂ ਪਾਉਂਦੇ ਆ। ਜਿਹੜੇ ਉਦਾਸੀ ਮੱਤ ਦੇ ਸਾਧੂ ਆ, ਉਹ ਇੱਕ ਕੰਨ ਪਾੜ ਕਰਕੇ ਮੁੰਦਰਾਂ ਪਾਉਂਦੇ ਆ, ਉਹਨਾਂ ਦਾ ਆਪੋ ਆਪਣਾ ਵੱਖਰਾ ਅਸੂਲ ਆ। ਪਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਨ ਤੇ ਨੱਕ ਵਿੰਨਣ ਤੋਂ ਸਾਨੂੰ ਮਨ੍ਹਾ ਕੀਤਾ ਕਿ ਸਾਡੇ ਸਿੱਖ ਬੱਚੇ ਤੇ ਬੱਚੀ ਨੇ ਨੱਕ ਅਤੇ ਕੰਨ ਕਦੇ ਵਿੰਨਣੇ ਨਹੀਂ। ਬੀਬੀਆਂ ਨੂੰ ਵੇਖ ਕਰਕੇ ਕਈ ਮਨੁੱਖ ਵੀ ਆਪਣੇ ਕੰਨ ਵਿੰਨ੍ਹਦੇ ਆ। ਸੱਚੇ ਪਾਤਸ਼ਾਹ ਜੀ ਦੀ ਚਲਾਈ ਹੋਈ ਰਹਿਤ ਮਰਜ਼ਾਦਾ ਦੇ ਅਨੁਸਾਰ ਰਹਿਤਨਾਮਿਆਂ ਦੇ ਬਚਨ ਹਨ, ਬੀਦੇ ਨਾਕ ਨਾ ਕਾਨ ਕੋ ਸਤਿਗੁਰ ਕੀ ਮਰਜ਼ਾਦ। ਇਹ ਗੁਰੂ ਘਰ ਦੀ ਮਰਜ਼ਾਦਾ ਹੈ, ਨੱਕ ਤੇ ਕੰਨ ਨੂੰ ਕਦੇ ਵਾਸਤੇ ਵਿੰਨਣਾ ਨਹੀਂ। ਫਿਰ ਇਹਨਾਂ ਕੰਨਾਂ ਦੇ ਨਾਲ ਗੰਦੇ ਗੀਤ ਆਮ ਤੌਰ 'ਤੇ ਦੁਨੀਆ ਦੇ ਲੋਕ ਸੁਣਦੇ ਆ, ਪਰ ਉਹਨਾਂ ਗੰਦੇ ਗੀਤਾਂ ਦੇ ਪਰਥਾਏ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਮੇਰੇ ਮੋਹਨ ਸ਼ਰਾਮਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਅਜਾਏ। ਗੰਦੇ ਗੀਤ ਕਦੇ ਵਾਸਤੇ ਕੰਨਾਂ ਦੇ ਨਾਲ ਸੁਣਨੇ ਨਹੀਂ। ਅਕਸਰ ਦੁਨੀਆ ਦੇ ਲੋਕ ਸੁਣਦੇ ਆ, ਸੁਣਦੇ ਵੀ ਸਮੇਤ ਪਰਿਵਾਰਾਂ ਦੇ ਆ, ਇਹ ਨਹੀਂ ਵੀ ਇਕੱਲੇ ਸੁਣਦੇ ਆ। ਆਪਣੀ ਘਰਵਾਲੀ, ਬੱਚੇ ਬੱਚੀਆਂ ਦੇ ਸਮੇਤ ਜਾ ਕਰਕੇ ਉਹਨਾਂ ਗੰਦੇ ਗੀਤਾਂ ਨੂੰ ਸੁਣਦੇ ਆ। ਇੱਥੇ ਬਸ ਨਹੀਂ, ਉਹਨਾਂ ਲੋਕਾਂ ਨੂੰ ਫਿਰ ਪੈਸੇ ਦਿੰਦੇ ਆ, ਪੈਸੇ ਦੇ ਕਰਕੇ ਤੇ ਸਟੇਜ 'ਤੇ ਆਪਣਾ ਨਾਂ ਬੁਲਾਉਂਦੇ ਆ ਕਿ ਫਲਾਣੇ ਬੰਦੇ ਨੇ 100 ਦਾ ਨੋਟ ਦਿੱਤਾ, 500 ਰੁਪਈਆ ਦਿੱਤਾ, ਕਿ ਲੋਕਾਂ ਨੂੰ ਪਤਾ ਲੱਗ ਸਕੇ ਮੇਰੀ ਕਰਤੂਤ ਦਾ, ਕਿ ਮੈਂ ਗੰਦੇ ਗੀਤ ਸੁਣਨ ਵਾਸਤੇ ਇਹਨਾਂ ਨੂੰ ਪੈਸੇ ਦੇਣਾ। ਗੁਰਮੁਖੋ ਸੁਣਦਾ ਕੌਣ ਆ? ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੀਆਂ ਧੀਆਂ। ਪਰ ਇਹੋ ਗੰਦੇ ਗੀਤ ਕਿਸੇ ਦੇ ਬੂਹੇ ਅੱਗੇ ਕੋਈ ਗਾਵੇ ਤੇ ਮਰਨ ਮਰਾਉਣ ਤੱਕ ਗੱਲ ਜਾਂਦੀ ਹੈ ਕਿ ਸਾਡੇ ਬੂਹੇ ਅੱਗੇ ਆ ਕੇ ਗੰਦੇ ਗੀਤ ਕਿਉਂ ਗਾਏ। ਪਰ ਸਰਕਾਰ ਦਾ ਵੀ ਇੱਕ ਕਾਨੂੰਨ ਆ, ਪਰ ਹਿੰਦੁਸਤਾਨ 'ਤੇ ਕੋਈ ਕਾਨੂੰਨ ਹੈ ਹੀ ਨਹੀਂ ਵੀ ਉੱਚੀ ਆਵਾਜ਼ ਦੇ ਵਿੱਚ ਸਪੀਕਰ ਲਾ ਕਰਕੇ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ। ਪਰ ਆਪਾਂ ਦੇਖਦੇ ਹਾਂ, ਬੱਸਾਂ ਵਿੱਚ ਸਫ਼ਰ ਕਰੋਗੇ, ਤੁਹਾਨੂੰ ਧਰਮ ਦੀ ਗੱਲ ਬੱਸ ਵਿੱਚ ਸੁਣਨ ਵਾਸਤੇ ਨਹੀਂ ਮਿਲਣੀ। ਵੱਡੇ ਵੱਡੇ ਸਾਰੀ ਬੱਸ ਦੇ ਵਿੱਚ ਸਪੀਕਰ ਲੱਗੇ ਹੁੰਦੇ ਤੇ ਉਹਨਾਂ ਵਿੱਚ ਲੱਚਰ ਤੇ ਗੰਦੇ ਗੀਤ ਸਾਰੀ ਬੱਸ ਦੇ ਮੁਸਾਫਰ ਸੁਣਦੇ ਆ। ਕੋਈ ਨਹੀਂ ਰੋਕਦਾ, ਭਾਈ ਤੂੰ ਕਿਉਂ ਲਾਏ ਆ, ਕਿਉਂ? ਸਾਰੇ ਸੁਣਨ ਦੇ ਆਦੀ ਬਣ ਗਿਆ, ਭਾਵੇਂ ਬੱਚਾ, ਭਾਵੇਂ ਨੌਜਵਾਨ ਤੇ ਭਾਵੇਂ ਬਜ਼ੁਰਗ ਆ। ਕੋਈ ਨਹੀਂ ਰੋਕਦਾ, ਕੋਈ ਨਹੀਂ ਟੋਕਦਾ, ਸੁਣਨ ਦੇ ਲੋਕ ਆਦੀ ਬਣ ਗਏ ਆ। ਪਰ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਤੀਜੇ ਪਾਤਸ਼ਾਹ ਜੀ ਦੇ ਬਚਨ ਹਨ, ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ। ਇਹ ਸਤਿਗੁਰੂ ਸੱਚੇ ਦੇ ਪਿਆਰੇ ਗੁਰਸਿੱਖੋ ਆਓ, ਪਰ ਕਰੋ ਕੀ? ਗਾਵਹੁ ਸੱਚੀ ਬਾਣੀ।
ਜਿਹੜੀ ਸੱਚੀ ਸਦੀਵ ਕਾਲ ਅਟਲ ਰਹਿਣ ਵਾਲੀ ਬਾਣੀ ਉਹਨੂੰ ਗਾਉਣਾ ਕਰੋ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਜਿਹੜੀ ਬਾਣੀਆਂ ਦੇ ਵਿੱਚੋਂ ਸ਼੍ਰੋਮਣੀ ਬਾਣੀ ਆ ਉਹਨੂੰ ਗਾਓ ਅਤੇ ਗਾ ਕਰਕੇ ਆਪਣੇ ਕੰਨਾਂ ਨਾਲ ਸੁਣੋ। ਸੱਚੇ ਪਾਤਸ਼ਾਹ ਜੀ ਨੇ ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ 4 ਪੌੜੀਆਂ ਸ੍ਰੀ ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਸਰਬੱਤ ਦੇ ਭਲੇ ਵਾਸਤੇ, ਆਮ ਤੌਰ 'ਤੇ ਜਿਹੜੇ ਕੱਚੀਆਂ ਧਾਰਨਾ ਪੜ੍ਹਦੇ ਆ ਨਾ, ਉਹ ਜਪਜੀ ਸਾਹਿਬ ਦੇ ਨਾਲ ਜੋੜਦੇ ਆ ਕਿ ਜਪਜੀ ਸਾਹਿਬ ਕਿਹੜੇ ਰਾਗ ਵਿੱਚ ਲਿਖਿਆ। ਜਪਜੀ ਸਾਹਿਬ ਦਾ ਕੋਈ ਰਾਗ ਹੀ ਨਹੀਂ। ਗੁਰਮੁਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਇਹ ਜਿਹੜੀ ਹੈ ਨਾ, ਸ਼੍ਰੀ ਜਪਜੀ ਸਾਹਿਬ, ਇਹ ਮੰਨ ਲਓ ਕਿ ਸ਼੍ਰੋਮਣੀ ਬਾਣੀ ਅੱਗੇ ਸਾਰੀ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਵਿਸਥਾਰ ਕੀਤਾ। ਜਪਜੀ ਸਾਹਿਬ ਦਾ ਅੱਗੇ ਵਿਸਥਾਰ ਕੀਤਾ। ਉਹਨਾਂ ਕੋਲੇ ਹੋਰ ਤਾਂ ਕੋਈ ਜਵਾਬ ਨਹੀਂ। ਕਹਿ ਦਿੰਦੇ ਕਿ ਜਪਜੀ ਸਾਹਿਬ ਕਿਹੜੇ ਰਾਗ ਵਿੱਚ ਲਿਖਿਆ। ਇਹ ਉਹ ਗੱਲਾਂ ਕਰਦੇ ਆ ਜਿਨ੍ਹਾਂ ਦੀ ਮੱਤ 'ਤੇ ਪੜਦਾ ਪਿਆ। ਸੱਚੇ ਪਾਤਸ਼ਾਹ ਨੇ ਪਾਵਨ ਗੁਰਬਾਣੀ ਅੰਦਰ ਸਾਨੂੰ ਸਮਝਾਇਆ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ, ਹੋਰ ਕੱਚੀ ਬਾਣੀ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਉਹ ਕਹਿਣ ਵਾਲਾ ਵੀ ਕੱਚਾ, ਸੁਣਨ ਵਾਲਾ ਵੀ ਕੱਚਾ। ਇਸੇ ਕਰਕੇ ਅਸੀਂ ਲੋਕ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ 'ਤੇ ਕਿੰਤੂ ਕਰਨ ਲੱਗ ਪਏ, ਕਿਉਂਕਿ ਉਹ ਕੱਚੀ ਬਾਣੀ ਸਾਡੇ ਅੰਦਰ ਘਰ ਕਰ ਗਈ ਆ। ਕੱਚੀ ਮਿੱਟੀ, ਕੱਚੀਆਂ ਇੱਟਾਂ ਗੁਰਮੁਖੋ ਪਾਣੀ ਦੇ ਅੱਗੇ ਰੁਕਦੀਆਂ ਨਹੀਂ। ਹੜ੍ਹ ਦਾ ਪਾਣੀ ਆਵੇ, ਉਹ ਕੱਚੇ ਘਰਾਂ ਨੂੰ ਰੋੜ ਕੇ ਲੈ ਜਾਂਦਾ। ਪੱਕੇ ਮਕਾਨ ਪਹਿਲੀ ਤੇ ਗੱਲ ਆ, ਉਹ ਪਾਣੀ ਦੇ ਵਹਿਣ ਅੱਗੇ ਢਹਿੰਦੇ ਨਹੀਂ। ਜੇ ਢਹਿ ਜਾਣ ਤੇ ਪੱਕੀਆਂ ਇੱਟਾਂ ਗੁਰਮੁਖੋ ਕਦੇ ਵਾਸਤੇ ਖੁਰਦੀਆਂ ਨਹੀਂ। ਇਸੇ ਤਰ੍ਹਾਂ ਜਿਹੜੇ ਪੱਕੀ ਬਾਣੀ ਪੜ੍ਹਨ ਵਾਲੇ ਆ, ਉਹ ਗੁਰਮੁਖੋ ਪਦਾਰਥਾਂ ਤੇ ਸੁਆਰਥਾਂ ਦੇ ਪਾਣੀ ਨਾਲ ਕਦੇ ਵਾਸਤੇ ਢਹਿੰਦੇ ਨਹੀਂ। ਪਦਾਰਥ ਤੇ ਸੁਆਰਥ ਦੀ ਮਾਰ ਦੁਨੀਆ ਦੇ ਲੋਕਾਂ ਨੂੰ ਪੈਂਦੀ ਆ। ਕਈ ਪਦਾਰਥਾਂ ਦੇ ਅੱਗੇ ਡਿੱਗ ਪੈਂਦੇ ਆ, ਕਈ ਆਪਣੇ ਸੁਆਰਥਾਂ ਅੱਗੇ ਡਿੱਗ ਪੈਂਦੇ ਆ। ਇਹ ਵੀ ਇੱਕ ਪਾਣੀ ਆ। ਪਰ ਗੁਰੂ ਕਾ ਸਿੱਖ ਨਾ ਤਾਂ ਪਦਾਰਥ ਅੱਗੇ ਡਿੱਗਦਾ ਤੇ ਨਾ ਸੁਆਰਥ ਦੇ ਅੱਗੇ ਗੁਰਮੁਖੋ ਕਦੇ ਵਾਸਤੇ ਗੁਰੂ ਕਾ ਸਿੱਖ ਡਿੱਗਦਾ, ਖੁਰਦਾ ਨਹੀਂ, ਢਹਿੰਦਾ ਨਹੀਂ। ਇੱਥੇ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਵਾਸਤੇ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਪਾਵਨ ਗੁਰਬਾਣੀ ਕਥਨ ਕਰਦੇ ਹਨ। ਸੁਣਿਆ, ਦੁਲਾਈਆਂ ਲਾ ਕਰਕੇ ਇਹ ਪਾਠ ਕੀਤਾ ਜਾਂਦਾ। ਸੁਣਿਆ ਸਿੱਧ ਪੀਰ ਸੁਰਨਾਥ। ਇਹ ਸਿੱਧ ਲੋਕੋ ਪਰਮੇਸ਼ਰ ਦੀ ਜਸ ਵਡਿਆਈ ਕੰਨਾਂ ਦੇ ਨਾਲ ਸੁਣਨ ਦਾ ਕੀ ਮਹੱਤਵ ਹੈ। ਕੋਈ ਵੀ ਜੀਵ ਦੁਨੀਆ ਦੇ ਵਿੱਚ ਰਹਿੰਦਿਆਂ ਵਿਚਰਦਿਆਂ ਕਾਰੋਬਾਰ ਕਰਦਾ, ਉਹ ਕੰਮ ਕਰਨ ਤੋਂ ਪਹਿਲਾਂ ਪੁੱਛਦਾ ਵੀ ਇਹ ਕੰਮ ਕਰਨ ਦਾ ਮੈਨੂੰ ਫਾਇਦਾ ਕੀ ਹੋਊਗਾ, ਮੈਨੂੰ ਬਚੂਗਾ ਕੀ, ਮੈਨੂੰ ਲਾਭ ਕੀ ਹੋਊਗਾ। ਤੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਸੁਣਿਆ ਸਿੱਧ। ਸੁਣਨ ਦੇ ਨਾਲ ਪਤਾ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਕਿੰਨੇ ਸਿੱਧ ਆ। ਹਿੰਦੂ ਮਤ ਦੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ 84 ਸਿੱਧ ਆ, ਉਹਨਾਂ ਦੀ ਗਿਣਤੀ ਸਿੱਧ ਹੈ। 84 ਗਿਣਤੀ ਆ ਸਿੱਧਾਂ ਦੀ। ਪੀਰ, ਪੀਰ ਗੁਰਮੁਖੋ ਫਾਰਸੀ ਭਾਸ਼ਾ ਦਾ ਸ਼ਬਦ ਆ। ਮੁਸਲਮਾਨੀ ਮਤ ਦੇ ਜਿਹੜੇ ਗੁਰੂ ਹੁੰਦੇ ਆ, ਉਹਨਾਂ ਨੂੰ ਪੀਰ ਕਿਹਾ ਜਾਂਦਾ।
ਉਹਨਾਂ ਦੇ ਪੀਰਖਾਨੇ ਹੁੰਦੇ ਤੇ ਪੀਰਖਾਨਿਆਂ ਦੇ ਵਿੱਚ ਉਹਨਾਂ ਦੀ ਮਨੌਤ ਹੁੰਦੀ ਆ। ਸੁਰ ਇਹ ਸੰਸਕ੍ਰਿਤ ਦਾ ਸ਼ਬਦ ਆ। ਸੁਰ ਕਹਿੰਦੇ ਆ ਦੇਵਤਿਆਂ ਨੂੰ। ਜਿਹੜਾ ਪਰਮੇਸ਼ਰ ਦੀ ਜਸ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸਿੱਧ ਆ, ਇਹ ਮੁਸਲਮਾਨੀ ਮਤ ਦਾ ਪੀਰ ਆ ਤੇ ਆ ਦੇਵਤਾ ਹੈ। ਤੇ ਨਾਲ ਅਗਲੇ ਪਾਸੇ ਸੱਚੇ ਪਾਤਸ਼ਾਹ ਨੇ ਕਥਨ ਕੀਤਾ ਕਿ ਨਾਥ ਦੁਨੀਆ ਤੇ ਕਿੰਨੇ ਸਿੱਧ ਆ, ਕਿੰਨੇ ਪੀਰ ਆ, ਕਿੰਨੇ ਦੇਵਤੇ ਆ ਤੇ ਕਿੰਨੇ ਨਾਥ ਆ। ਜਿਸ ਬੰਦੇ ਨੂੰ ਉਹਨਾਂ ਦੀ ਪਛਾਣ ਨਹੀਂ, ਗੁਰਮੁਖੋ ਠੱਗੀ ਤੇ ਧੋਖੇ ਵਿੱਚ ਵੀ ਆ ਜਾਂਦਾ, ਕਿਉਂਕਿ ਦੁਨੀਆ ਦੇ ਵਿੱਚ ਪਖੰਡ ਬਹੁਤ ਆ ਤੇ ਠੱਗੀਆਂ ਬਹੁਤ ਆ। ਜਿਸ ਬੰਦੇ ਨੇ ਆਪਣੇ ਕੰਨਾਂ ਦੇ ਨਾਲ ਪਰਮੇਸ਼ਰ ਦੀ ਜਸ ਵਡਿਆਈ ਨੂੰ ਸੁਣਿਆ, ਉਹਨੂੰ ਪਤਾ ਲੱਗ ਜਾਂਦਾ ਵੀ ਇਹ ਸਿੱਧ ਆ, ਇਹ ਪੀਰ ਆ, ਇਹ ਦੇਵਤਾ ਤੇ ਇਹ ਨਾਥ ਆ। ਤੇ ਸੰਪਰਦਾਈ ਮਹਾਂਪੁਰਖਾਂ ਦੇ ਵੱਲੋਂ ਗੁਰਮੁਖੋ ਸੁਰ ਇੰਦਰੀਆਂ ਨੂੰ ਵੀ ਕਿਹਾ ਜਾਂਦਾ ਹੈ। ਸੁਰ ਦਾ ਅਰਥ ਹੈ ਇੰਦਰੇ, ਅੱਖਾਂ, ਨੱਕ, ਕੰਨ, ਜ਼ੁਬਾਨ, ਹੱਥ ਤੇ ਪੈਰ। ਇਹ ਗਿਆਨ ਇੰਦਰੇ ਤੇ ਕਰਮ ਇੰਦਰੇ। ਨਾਥ ਕਹਿੰਦੇ ਆ ਬੰਨਣ ਦਾ। ਜਿਹੜਾ ਪਰਮੇਸ਼ਰ ਦੀ ਵਡਿਆਈ ਜਸ ਆਪਣੇ ਕੰਨਾਂ ਦੇ ਨਾਲ ਸੁਣਦਾ ਹੈ, ਉਹਦੇ ਜਿਹੜੇ ਇੰਦਰੇ ਆ, ਅੱਖਾਂ ਪਰਾਇਆ ਤਨ ਤੇ ਪਰਾਇਆ ਧਨ ਨਹੀਂ ਦੇਖਦੀਆਂ। ਆਮ ਤੌਰ 'ਤੇ ਦੁਨੀਆ ਵਿੱਚ ਵਿਚਰਦਿਆਂ ਇਨ ਅੱਖਾਂ ਦੇ ਨਾਲ ਬੰਦਾ ਪਰਾਇਆ ਤਨ ਤੇ ਪਰਾਇਆ ਧਨ ਦੇਖ ਕਰਕੇ ਕਦੇ ਵਾਸਤੇ ਤ੍ਰਿਪਤ ਨਹੀਂ ਹੁੰਦਾ। ਕੰਨ ਆਪਣੀ ਵਡਿਆਈ ਪਰਾਏ ਦੀ ਨਿੰਦਾ ਸੁਣ ਕਰਕੇ ਕਦੇ ਵਾਸਤੇ ਰੱਜਦੇ ਨਹੀਂ। ਨੱਕ ਤਰ੍ਹਾਂ ਤਰ੍ਹਾਂ ਦੀ ਸੁਗੰਧੀ ਲੈ ਕਰਕੇ ਗੁਰਮੁਖੋ ਕਦੇ ਵਾਸਤੇ ਰੱਜਦਾ ਨਹੀਂ। ਜੀਭ ਤਰ੍ਹਾਂ ਤਰ੍ਹਾਂ ਦੇ ਪਦਾਰਥ ਸੁਆਦਲੇ, ਖੱਟੇ, ਮਿੱਠੇ, ਸਲੋਣੇ ਆਦਿਕ ਖਾ ਕਰਕੇ ਗੁਰਮੁਖੋ ਕਦੇ ਰੱਜਦੀ ਨਹੀਂ। ਪੈਰ ਮਾੜੀ ਸੰਗਤ ਵਿੱਚ ਜਾਣ ਤੋਂ ਕਦੇ ਵਾਸਤੇ ਗੁਰਮੁਖੋ ਰੁਕਦੇ ਨਹੀਂ। ਹੱਥ ਭੈੜੇ ਕਰਮ ਕਰਨ ਤੋਂ ਕਦੇ ਵਾਸਤੇ ਰੁਕਦੇ ਨਹੀਂ। ਇਹਨਾਂ ਇੰਦਰੀਆਂ ਦੇ ਪ੍ਰਥਾਏ ਭਾਈ ਗੁਰਦਾਸ ਜੀ ਦਾ ਕਥਨ ਹੈ, ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨ ਲੱਜੀਆਂ ਕਰ ਭੋਗ ਬੁਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਆਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ, ਪੀਰ ਮੁਰੀਦਾਂ ਪਿਰਹੜੀ ਸੱਚੇ ਰਹਿ ਰਾਸੇ। ਇਹ ਜੀਵ ਦੇ ਇੰਦਰੇ ਗੁਰਮੁਖੋ ਕਦੇ ਵਾਸਤੇ ਰੱਜਦੇ ਨਹੀਂ। ਇਹਨਾਂ ਨੂੰ ਸੰਤੋਖ ਹੀ ਨਹੀਂ ਆਉਂਦਾ। ਤੇ ਸੰਤੋਖ ਫਿਰ ਆਉਂਦਾ ਕਿਵੇਂ ਆ? ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਅੰਦਰ ਜ਼ਿਕਰ ਕਰਦੇ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੈ ਸਭ ਕਾਜੈ। ਸੰਤੋਖ ਤੋਂ ਬਿਨਾਂ ਕਦੀ ਵੀ ਕਿਸੇ ਨੂੰ ਕਿਸੇ ਨੇ ਰਜਾਇਆ ਨਹੀਂ। ਜਿਸ ਬੰਦੇ ਦੇ ਅੰਦਰ ਸੰਤੋਖ ਆ ਗਿਆ, ਉਹਨੂੰ ਗੁਰਮੁਖੋ ਕਦੇ ਵਾਸਤੇ ਮੁੜ ਕੇ ਭੁੱਖ ਨਹੀਂ ਲੱਗਦੀ। ਦੁਨੀਆ ਦੇ ਲੋਕਾਂ ਨੂੰ ਪਦਾਰਥਾਂ ਦੀ ਤੇ ਸਵਾਰਥਾਂ ਦੀ ਭੁੱਖ ਆ, ਪਰ ਜਿਹੜੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਆ, ਉਹਨਾਂ ਦੀ ਭੁੱਖ ਦਾ ਫਰਕ ਆ। ਲੱਗਦੀ ਭੁੱਖ ਉਹਨਾਂ ਨੂੰ ਵੀ ਆ, ਪਰ ਉਹਨਾਂ ਦੀ ਭੁੱਖ ਦਾ ਫਰਕ ਆ। ਦੁਨੀਆ ਦੇ ਨਾਲੋਂ ਉਹਨਾਂ ਦੀ ਵੱਖਰੀ ਭੁੱਖ ਹੁੰਦੀ ਆ। ਉਸ ਭੁੱਖ ਦੇ ਪਰਥਾਏ ਆਪਾਂ ਰੋਜ਼ਾਨਾ ਪਾਵਨ ਗੁਰਬਾਣੀ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਅੰਦਰ ਪੜ੍ਹਦੇ ਤੇ ਸੁਣਦੇ ਆ।
ਉਹਨਾਂ ਨੂੰ ਕਿਹੜੀ ਭੁੱਖ ਲੱਗਦੀ ਆ? ਸਾਚੇ ਨਾਮ ਕੀ ਲਾਗੈ ਭੂਖ। ਉਹਨਾਂ ਨੂੰ ਗੁਰਮੁਖੋ ਨਾਮ ਦੀ ਭੁੱਖ ਲੱਗਦੀ ਆ। ਫਿਰ ਜਿਸ ਤਰ੍ਹਾਂ ਪਦਾਰਥ ਛਕ ਕਰਕੇ ਭੁੱਖ ਦਾ ਦੁੱਖ ਦੂਰ ਹੋ ਜਾਂਦਾ, ਉਹਨਾਂ ਦੇ ਵੀ ਗੁਰਮੁਖੋ ਦੁੱਖ ਦੂਰ ਹੋ ਜਾਂਦੇ ਆ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚੱਲੀਐ ਦੁਖ। ਸੋ ਕੋ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ। ਸਰੀਰ ਪੰਜਾਂ ਤੱਤਾਂ ਦਾ, ਸਾਧੂ ਮਹਾਤਮਾ ਦਾ ਤਾਂ ਸਰੀਰ ਪੰਜਾਂ ਤੱਤਾਂ ਦਾ ਦੁਨੀਆ ਦੇ ਲੋਕਾਂ ਦੇ ਹੁੰਦੇ ਆ, ਪਰ ਉਹਨਾਂ ਦੇ ਵਿੱਚ ਦੁਨੀਆ ਦੇ ਵਿੱਚ ਰਹਿਣਾ ਸਹਿਣਾ, ਉਹਨਾਂ ਦਾ ਸਭ ਕੁਝ ਦੁਨੀਆ ਦੇ ਨਾਲੋਂ ਵੱਖਰਾ ਹੁੰਦਾ। ਉਸ ਵਖਰੇਵੇਂ ਦੇ ਸੰਬੰਧ ਵਿੱਚ ਸ਼੍ਰੀ ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਤੀਜੇ ਪਾਤਸ਼ਾਹ ਦੇ ਬਚਨ ਹਨ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲਾਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਉਹਨਾਂ ਦੀ ਚਾਲ ਰਹਿਣਾ ਸਹਿਣਾ ਦੁਨੀਆ ਦੇ ਲੋਕਾਂ ਨਾਲੋਂ ਗੁਰਮੁਖੋਂ ਵੱਖਰਾ ਹੋਣਾ। ਤਾਜ ਲੋਭ ਲਾਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਉਹਨਾਂ ਦੇ ਅੰਦਰ ਗੁਰਮੁਖੋਂ ਤ੍ਰਿਸ਼ਨਾ ਨਹੀਂ ਹੁੰਦੀ। ਉਹ ਘੱਟ ਬੋਲਦੇ ਆ, ਘੱਟ ਸੌਂਦੇ ਆ ਤੇ ਘੱਟ ਹੀ ਗੁਰਮੁਖੋਂ ਖਾਂਦੇ ਆ। ਖਾਣਾ ਵੀ ਸੰਜਮ ਦਾ, ਬੋਲਣਾ ਵੀ ਸੰਜਮ ਦਾ, ਤੇ ਗੁਰਮੁਖੋਂ ਆਖਣਾ ਕੀ ਆ? ਪਰਮੇਸ਼ਰ ਦੀ ਬੰਦਗੀ, ਸਵਾਸ ਸਵਾਸ ਤੁਰੇ ਫਿਰਦਿਆਂ ਕੰਮ ਕਾਰ ਕਰਦਿਆਂ ਉਹਨਾਂ ਨੇ ਪਰਮੇਸ਼ਰ ਦੀ ਬੰਦਗੀ ਕਰਨੀ ਆ। ਉਹਨਾਂ ਦਾ ਆਧਾਰ ਜੀਵਨ ਦਾ ਇੱਕ ਨਾਮ ਬਣ ਜਾਂਦਾ। ਕਿਸੇ ਨੇ ਕਿਸੇ ਨੂੰ ਆਧਾਰ ਮੰਨਿਆ ਤੇ ਕਿਸੇ ਨੇ ਕਿਸੇ ਨੂੰ ਆਧਾਰ ਮੰਨਿਆ, ਪਰ ਸੱਚਾ ਤੇ ਸਦੀਵ ਕਾਲ ਅਟਲ ਰਹਿਣ ਵਾਲਾ ਆਧਾਰ ਆਸਰਾ ਕੀ ਹੈ? ਆਨੰਦ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਦੇ ਬਚਨ ਹਨ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਗੁਰਮੁਖੋ ਉਹ ਇੱਕ ਆਪਣਾ ਆਧਾਰ ਆਸਰਾ ਜ਼ਿੰਦਗੀ ਦਾ, ਲੋਕ ਤੇ ਪਰਲੋਕ ਦਾ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਦੇ ਆ। ਦੁਨੀਆ ਵਿੱਚ ਰਹਿੰਦਿਆਂ ਹੋਇਆਂ ਕਿਸੇ ਨੂੰ ਕਿਸੇ ਦਾ ਆਸਰਾ ਤੇ ਗੁਰਮੁਖੋ ਕਿਸੇ ਨੂੰ ਕਿਸੇ ਦਾ ਆਸਰਾ ਹੁੰਦਾ। ਉਸ ਆਸਰੇ ਦੇ ਪ੍ਰਥਾਏ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦੇ ਬਚਨ ਹਨ। ਕਿਸ ਹੀ ਕੋਈ ਕੋਏ, ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ। ਮੰਝ ਨਿਮਾਣੀ ਇੱਕ ਤੋਂ। ਸੱਚੇ ਪਾਤਸ਼ਾਹ ਦੁਨੀਆ ਦੇ ਲੋਕਾਂ ਵਿੱਚ ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਪਰ ਸਾਨੂੰ ਤੇ ਨਿਮਾਣਿਆਂ ਨੂੰ ਇੱਕ ਆਪ ਜੀ ਦੇ ਨਾਮ ਦਾ ਹੀ ਆਸਰਾ। ਆਪ ਜੀ ਦੇ ਨਾਮ ਤੋਂ ਬਿਨਾਂ ਸਾਡਾ ਹੋਰ ਕੋਈ ਦੁਨੀਆ ਦੇ ਵਿੱਚ ਆਸਰਾ ਨਹੀਂ, ਆਧਾਰ ਨਹੀਂ। ਤੇ ਫਿਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਜਿਹੜੇ ਇੰਦਰੀ ਹੈ ਨਾ, ਜਿਸ ਤਰ੍ਹਾਂ ਕਿ ਸਾਜ਼ ਵਜਾਉਣ ਵਾਲੇ ਹੁੰਦੇ ਆ, ਇਹ ਬੇਸੁਰੇ ਹੋ ਜਾਂਦੇ ਆ। ਗੁਰਮੁਖੋ ਇਹਨਾਂ ਨੂੰ ਵੀ ਸੁਰ ਕਰਾਉਣਾ ਪੈਂਦਾ, ਜੋੜੀ ਸੁਰ ਕਰਾਉਣੀ ਪੈਂਦੀ ਆ, ਹਾਰਮੋਨੀਅਮ ਸੁਰ ਕਰਾਉਣਾ ਪੈਂਦਾ। ਜਿੰਨੇ ਵੀ ਤੰਤੀ ਸਾਜ਼ ਜਾਂ ਹੋਰ ਸਾਜ਼ ਆ, ਸਟੇਜਾਂ 'ਤੇ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ, ਕੀਰਤਨ ਕਰਨ ਵਾਸਤੇ ਉਹਨਾਂ ਨੂੰ ਵੀ ਸੁਰ ਕਰਾਉਣਾ ਪੈਂਦਾ। ਅਤੇ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਨੇ ਸਾਡੇ ਕਰਮ ਇੰਦਰੀ ਅਤੇ ਗਿਆਨ ਅੰਦਰੇ ਸਰੀਰ ਦੇ ਨਾਲ ਲਾਏ ਨਾ,
ਪਰਮੇਸ਼ਰ ਦਾ ਨਾਮ ਸੁਣ ਕਰਕੇ ਤੇ ਗੁਰਮੁਖ ਉਹਨਾਂ ਨੂੰ ਸੁਰ ਕਰ ਲੈਂਦੇ ਆ, ਆਪਣੇ ਵਸ ਵਿੱਚ ਕਰ ਲੈਂਦੇ ਆ। ਹੱਥ ਕਿਸੇ ਦਾ ਬੁਰਾ ਕਰਦੇ ਨਹੀਂ, ਪੈਰ ਮਾੜੀ ਸੰਗਤ ਵਿੱਚ ਨਹੀਂ ਜਾਂਦੇ। ਤੇ ਇਹਨਾਂ ਹੱਥਾਂ ਦੇ ਤੇ ਪੈਰਾਂ ਦੇ ਨਾਲ ਉਹ ਕਰਦੇ ਕੀ ਹੈ? ਪਰਮੇਸ਼ਰ ਦੇ ਪਿਆਰੇ, ਉਹਨਾਂ ਨੇ ਕਿਵੇਂ ਸੁਰ ਕੀਤੇ ਆ? ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਸਮਝਦੇ ਆ ਕਿ ਜੇਕਰ ਹੱਥਾਂ ਨਾਲ ਸੇਵਾ ਨਾ ਕੀਤੀ, ਪੈਰਾਂ ਨਾਲ ਸੰਗਤ ਵਿੱਚ ਨਾ ਗਏ ਚੱਲ ਕਰਕੇ, ਇਹਨਾਂ ਹੱਥਾਂ ਤੇ ਪੈਰਾਂ ਨੂੰ ਲਾਹਣਤ ਆ, ਤ੍ਰਿਗਾਕਾਰ ਆ। ਜਿੰਨੀਆਂ ਵੀ ਕਰਨੀਆਂ ਅਸੀਂ ਦੁਨੀਆ ਵਿੱਚ ਕਰਦੇ ਹਾਂ, ਉਹ ਲੇਖੇ ਵਿੱਚ ਨਹੀਂ। ਲੇਖੇ ਵਿੱਚ ਉਹੀ ਆ ਜਿਹੜਾ ਹੱਥਾਂ ਨਾਲ ਸੰਗਤ ਦੀ, ਗੁਰੂ ਦੀ ਸੇਵਾ ਕਰਨੀ। ਭਾਈ ਗੁਰਦਾਸ ਜੀ ਦੇ ਪਾਵਨ ਬਚਨ ਹਨ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਹੱਥਾਂ ਦੇ ਨਾਲ ਜਿੱਥੇ ਸੰਗਤ ਬੈਠਦੀ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੁੰਦਾ, ਉਹਨਾਂ ਦਰੀਆਂ ਨੂੰ, ਉਹਨਾਂ ਤੱਪੜਾਂ ਨੂੰ, ਉਹਨਾਂ ਚਾਦਰਾਂ ਨੂੰ, ਵਿਛਾਈਆਂ ਨੂੰ ਹੱਥਾਂ ਦੇ ਨਾਲ ਝਾੜਨਾ ਤੇ ਝਾੜ ਕਰਕੇ ਆਪਣੇ ਹੱਥਾਂ ਨੂੰ ਪਵਿੱਤਰ ਕਰਨਾ। ਪੈਰਾਂ ਦੇ ਨਾਲ ਚੱਲ ਕਰਕੇ ਸੰਗਤ ਵਿੱਚ ਜਾਣਾ ਤੇ ਸੰਗ ਵਿੱਚ ਜਾ ਕਰਕੇ ਇਹਨਾਂ ਪੈਰਾਂ ਨੂੰ ਪਵਿੱਤਰ ਕਰਨਾ। ਇੱਕ ਵਾਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾਂਦੇ ਆ, ਉਜਾੜ ਬੀਆ ਬਾਣਿਆ, ਉੱਥੇ ਇੱਕ ਬਘਿਆੜ ਆ ਤੇ ਬਘਿਆੜ ਨੂੰ ਭੁੱਖ ਲੱਗੀ ਆ। ਸਾਹਮਣੇ ਇੱਕ ਮੁਰਦਾ ਸਰੀਰ ਆ, ਦੌੜ ਕਰਕੇ ਉਹਨੂੰ ਖਾਣ ਵਾਸਤੇ ਗਿਆ। ਮਾਸਾਹਾਰੀ ਇਹ ਜਾਨਵਰ ਆ, ਇਹਦਾ ਕਰਮ ਹੈ ਇਹਨੇ ਪੇਟ ਦੀ ਪੂਰਤੀ ਮਾਸ ਖਾ ਕਰਕੇ ਕਰਨੀ ਆ। ਉਸ ਬਘਿਆੜ ਨੇ ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਸੁੰਘਿਆ, ਪੈਰ ਸੁੰਘਿਆ, ਹੱਥ ਸੁੰਘੇ, ਮੂੰਹ, ਨੱਕ, ਕੰਨ, ਅੱਖਾਂ, ਸਾਰੇ ਸਰੀਰ ਨੂੰ ਸੁੰਘਿਆ, ਪਰ ਉਹਨੂੰ ਖਾਧਾ ਨਹੀਂ, ਪਰੇ ਹੋ ਕੇ ਬਹਿ ਗਿਆ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਰਨਾਂ ਵਿੱਚ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ। ਇਹ ਪ੍ਰਸੰਗ, ਇਹ ਵਿਚਾਰ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਜ਼ਿਕਰ ਆਉਂਦਾ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਮਾਸਾਹਾਰੀ ਜਾਨਵਰ ਆ, ਇਹਨੂੰ ਭੁੱਖ ਲੱਗੀ ਆ, ਭੱਜ ਕਰਕੇ ਮਾਸ ਖਾਣ ਵਾਸਤੇ ਆਇਆ, ਪਰ ਇਹਨੇ ਸਰੀਰ ਨੂੰ ਸੁੰਘਿਆ, ਖਾਧਾ ਨਹੀਂ। ਇਹਦਾ ਕਾਰਨ ਕੀ ਹੈ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸੁਣ ਕਰਕੇ ਬਚਨ ਕੀਤਾ, ਭਾਈ ਮਰਦਾਨਿਆ, ਇਹਨੇ ਸਾਡੇ ਦਰਸ਼ਨ ਕੀਤੇ ਆ, ਸਾਡੇ ਦਰਸ਼ਨ ਕਰਕੇ ਇਹਨੂੰ ਸੋਝੀ ਆ ਗਈ ਆ। ਸੱਚੇ ਪਾਤਸ਼ਾਹ ਕੀ ਸੋਝੀ ਆਈ ਆ? ਸਭ ਤੋਂ ਪਹਿਲਾਂ ਇਹਨੇ ਪੈਰਾਂ ਨੂੰ ਸੁੰਘਿਆ ਕਿ ਪੈਰਾਂ ਨਾਲ ਕਦੇ ਸੰਗਤ ਵਿੱਚ ਚੱਲ ਕਰਕੇ ਗਿਆ। ਇਹ ਮਰਨ ਵਾਲਾ ਮਨੁੱਖ ਸੰਗਤ ਵਿੱਚ ਕਦੇ ਨਹੀਂ ਗਿਆ, ਇਸ ਕਰਕੇ ਪੈਰ ਨਹੀਂ ਖਾਧੇ। ਹੱਥਾਂ ਨੂੰ ਸੁੰਘਿਆ, ਹੱਥਾਂ ਨਾਲ ਕਦੇ ਕਿਸੇ ਧਰਮ ਦਾ ਕੰਮ ਕੀਤਾ, ਇਹਨੇ ਸੇਵਾ ਕੀਤੀ ਹੱਥਾਂ ਨਾਲ, ਨਾ ਤਾਂ ਧਰਮ ਦਾ ਕਰਮ ਕੀਤਾ ਤੇ ਨਾ ਹੱਥਾਂ ਦੇ ਨਾਲ ਭਾਈ ਮਰਦਾਨਾ ਜੀ ਨੇ ਕੋਈ ਸੇਵਾ ਕੀਤੀ ਆ। ਅੱਖਾਂ ਸੁੰਘੀਆਂ ਕਿ ਅੱਖਾਂ ਦੇ ਨਾਲ ਕਦੇ ਸੰਗਤ ਦੇ ਦਰਸ਼ਨ ਕੀਤੇ ਆ, ਕੰਨਾਂ ਦੇ ਨਾਲ ਕਦੇ ਪਰਮੇਸ਼ਰ ਦੀ ਜਸ ਵਡਿਆਈ ਸੁਣੀ ਆ। ਇਹਨੇ ਸਰੀਰ ਦੇ ਇੰਦਰੀਆਂ ਦੇ ਨਾਲ ਕੋਈ ਵੀ ਧਰਮ ਦਾ ਕਰਮ ਨਹੀਂ ਕੀਤਾ, ਇਸ ਕਰਕੇ ਇਹ ਨਖਿੱਧ ਜੀਵ, ਇਹਨੂੰ ਸੋਝੀ ਆਈ ਆ ਕਿ ਇਹਨੇ ਕੋਈ ਧਰਮ ਦਾ ਕਰਮ ਨਹੀਂ ਕੀਤਾ, ਸੰਗਤ ਨਹੀਂ ਗਿਆ, ਜ਼ਬਾਨ ਦੇ ਨਾਲ ਪਰਮੇਸ਼ਰ ਦੀ ਬੰਦਗੀ ਨਹੀਂ ਕੀਤੀ, ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸੁਣਿਆ ਨਹੀਂ। ਵੇਖੋ, ਨਖਿੱਧ ਜਾਨਵਰ ਨੂੰ ਵੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਤੇ ਸੋਝੀ ਆ ਗਈ ਆ। ਅੱਜ ਕੱਲ੍ਹ ਦਾ ਪੜ੍ਹਿਆ ਲਿਖਿਆ ਮਨੁੱਖ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪੜ੍ਹਿਆ, ਮੈਂ ਵਿਦਵਾਨ ਆ, ਮੈਂ ਪ੍ਰਚਾਰਕ ਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਇਤਿਹਾਸ ਤੇ ਗੁਰਬਾਣੀ ਤੇ ਕਿੰਤੂ ਕਰਦਾ। ਆਖੇ ਨਹੀਂ ਜੀ, ਗਿਆਨ ਗੁਰੂ ਹੁੰਦਾ। ਤੇ ਆਪਾਂ ਰੋਜ਼ ਪਾਵਨ ਗੁਰਬਾਣੀ ਦੇ ਅੰਦਰ ਪੜ੍ਹਦੇ ਤੇ ਸੁਣਦੇ ਹਾਂ, ਜੇ 100 ਚੰਦਾ ਉਗਵਹਿ
ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਜੇਕਰ ਤੁਹਾਡੇ ਕੋਲੇ ਗੁਰੂ ਦੀ ਸੋਝੀ ਨਹੀਂ ਤੇ ਤੁਹਾਡੇ ਮਨ ਦੇ ਅੰਦਰ ਕੁੱਪ ਹਨੇਰਾ, ਤੇ ਜਦੋਂ ਗੁਰੂ ਦਾ ਗਿਆਨ ਹੁੰਦਾ ਗੁਰਮੁਖ, ਉਦੋਂ ਅਵਸਥਾ ਕਿਹੋ ਜਿਹੀ ਹੁੰਦੀ ਆ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਗੁਰੂ ਦਾ ਗਿਆਨ ਤੇ ਗੁਰਮੁਖੋ ਉਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਆ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹੋਏ ਕਥਨ ਕਰਦੇ ਆ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਕੁੰਭ ਕਹਿੰਦੇ ਘੜੇ ਨੂੰ, ਭਾਂਡੇ ਨੂੰ। ਫਿਰ ਪਾਣੀ ਟਿਕਦਾ ਗੁਰਮੁਖੋ ਭਾਂਡੇ ਵਿੱਚ ਆ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਪਰ ਉਹ ਜਿਹੜਾ ਕੁੰਭ ਘੜਾ ਮਿੱਟੀ ਦਾ ਭਾਂਡਾ, ਉਹ ਪਾਣੀ ਤੋਂ ਬਿਨਾਂ ਤਿਆਰ ਨਹੀਂ ਹੁੰਦਾ। ਸੁੱਕੀ ਮਿੱਟੀ ਨੂੰ ਪਾਣੀ ਦੇ ਨਾਲ ਗਿੱਲੀ ਕਰਾਂਗੇ ਤਾਂ ਭਾਂਡਾ ਬਣੇਗਾ, ਜੇ ਮਿੱਟੀ ਗਿੱਲੀ ਨਾ ਕੀਤੀ ਤੇ ਗੁਰਮੁਖੋ ਭਾਂਡਾ ਤਿਆਰ ਨਹੀਂ ਹੋਣਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਮਨ ਚੰਚਲਿਆ। ਇਹ ਗਿਆਨ ਤੋਂ ਬਿਨਾਂ ਗੁਰਮੁਖੋ ਬੱਝਦਾ ਨਹੀਂ, ਟਿਕਦਾ ਨਹੀਂ। ਫਿਰ ਗਿਆਨ ਕਿੱਥੋਂ ਮਿਲਦਾ? ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗੁਰਮੁਖੋ ਕਦੇ ਵਾਸਤੇ ਗਿਆਨ ਨਹੀਂ ਹੁੰਦਾ। ਤੇ ਅੱਜ ਦੇ ਜਿਹੜੇ ਪ੍ਰਚਾਰਕ ਕਹਿ ਦਿੰਦੇ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ, ਗਿਆਨ ਗੁਰੂ ਆ। ਗੁਰਬਾਣੀ ਇਹ ਕਹਿੰਦੀ ਆ, ਉਪਦੇਸ਼ ਦਿੰਦੀ ਹੈ ਕਿ ਗੁਰੂ ਤੋਂ ਬਿਨਾਂ ਗਿਆਨ ਹੀ ਨਹੀਂ ਹੁੰਦਾ। ਸੁਖਮਨੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਦੇ ਬਚਨ ਹਨ ਕਿ ਬੰਦੇ ਦੇ ਦੋ ਨੇਤਰ ਹੁੰਦੇ ਆ, ਮਨ ਤੇ ਬੁੱਧ। ਉਹਨਾਂ ਵਿੱਚ ਜਿਵੇਂ ਆਪਾਂ ਪ੍ਰਤੱਖ ਨੇਤਰਾਂ ਵਿੱਚ ਸੁਰਮਾ ਪਾਉਣੇ ਆ, ਕਈ ਲੋਕ ਤੇ ਸ਼ਕੀਨੀ ਵਾਸਤੇ ਪਾਉਂਦੇ ਕਿ ਮੇਰੀਆਂ ਅੱਖਾਂ ਸੋਹਣੀਆਂ ਬਣ ਜਾਣ। ਕਈ ਇਹਨਾਂ ਅੱਖਾਂ ਦੀ ਜੋਤ ਰੋਸ਼ਨੀ ਵਧਾਉਣ ਵਾਸਤੇ ਦਾਰੂ ਦੀ, ਸੁਰਮੇ ਦੀ ਵਰਤੋਂ ਕਰਦੇ ਆ। ਤੇ ਸੱਚੇ ਪਾਤਸ਼ਾਹ ਨੇ ਸਾਨੂੰ ਉਸ ਸੁਰਮੇ ਦੇ ਪ੍ਰਥਾਏ ਸਮਝਾਇਆ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਜਦੋਂ ਅਸੀਂ ਮਤ ਤੇ ਬੁੱਧ, ਮਨ ਤੇ ਬੁੱਧ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਵਾਂਗੇ ਨਾ ਗੁਰਮੁਖੋ, ਸਾਡੇ ਅੰਦਰ ਵੀ ਪ੍ਰਕਾਸ਼ ਹੋਵੇਗਾ। ਅਗਿਆਨਤਾ ਦਾ ਹਨੇਰਾ ਸਦਾ ਵਾਸਤੇ ਦੂਰ ਹੋ ਜਾਵੇਗਾ। ਤੇ ਜਦੋਂ ਸਿੱਧ ਲੋਕੋ ਅਸੀਂ ਇਸ ਕੰਨਾਂ ਦੇ ਨਾਲ ਪਰਮੇਸ਼ਰ ਦੀ ਬੰਦਗੀ ਸੁਣਾਂਗੇ ਨਾ, ਤੇ ਫਿਰ ਜਿਹੜੀਆਂ ਸਾਡੀ ਇੰਦਰੀਆ ਇਹ ਸੁਰ ਹੋ ਜਾਣਗੇ, ਇਹ ਸਾਡੇ ਵਸ ਵਿੱਚ ਆ ਜਾਣਗੇ, ਵੱਜ ਜਾਣਗੇ। ਪਰਾਇਆ ਧਨ ਤੇ ਪਰਾਇਆ ਤਨ ਕਦੇ ਵਾਸਤੇ ਤੱਕਣਗੇ ਨਹੀਂ। ਕੰਨ ਆਪਣੀ ਵਡਿਆਈ, ਪਰਾਏ ਦੀ ਨਿੰਦਾ ਕਦੇ ਨਹੀਂ ਸੁਣਨਗੇ। ਹੱਥ ਮਾੜੇ ਕਰਮ ਨਹੀਂ ਕਰਨਗੇ। ਜਿਹੜੇ ਪੈਰ ਆ ਇਹ ਕਦੇ ਚੱਲ ਕਰਕੇ ਮਾੜੀ ਸੰਗਤ ਵਿੱਚ ਨਹੀਂ ਜਾਣਗੇ। ਇਹ ਸੁਣਨ ਦਾ, ਪਰਮੇਸ਼ਰ ਦੀ ਜਸ ਵਡਿਆਈ ਸੁਣਨ ਦਾ ਮਹੱਤਮ ਹੈ। ਸੁਣਿਆ ਧਰਤ ਧਵਲ ਆਕਾਸ। ਤੇ ਫਿਰ ਸੁਣਨ ਦਾ ਹੋਰ ਕੀ ਮਹੱਤਮ ਆ? ਕੰਨਾਂ ਦੇ ਨਾਲ ਪਰਮੇਸ਼ਰ ਦੀ ਜਸ ਵਡਿਆਈ ਸੁਣਨ ਦੇ ਨਾਲ ਧਰਤੀ ਕਿਹਦੇ ਆਸਰੇ ਤੇ ਖਲੋਤੀ ਆ? ਜਿਸ ਤਰ੍ਹਾਂ ਕਿ ਅਨਮਤਾਂ ਦੇ ਧਾਰਮਿਕ ਗ੍ਰੰਥ ਕਹਿੰਦੇ ਆ, ਜਾਂ ਆਮ ਇੱਕ ਪ੍ਰਚਲਿਤ ਗੱਲ ਆ ਕਿ ਧਰਤੀ ਦੇ ਥੱਲੇ ਇੱਕ ਬਲਦ ਆ, ਤੇ ਬਲਦ ਦੇ ਸਿੰਗਾਂ ਦੇ ਉੱਪਰ ਧਰਤੀ ਖਲੋਤੀ ਆ। ਆਮ ਇਹ ਲੋਕਾਂ ਵਿੱਚ ਪ੍ਰਚਲਿਤ ਗੱਲ ਆ ਕਿ ਜਦੋਂ ਇੱਕ ਸਿੰਘ ਤੋਂ ਬਲਦ ਦੂਜੇ ਸਿੰਘ ਤੇ ਧਰਤੀ ਕਰਦਾ, ਉਦੋਂ ਭੁਚਾਲ ਆਉਂਦਾ। ਗੁਰਮੁਖੋ ਇਹ ਗੱਲ ਸਰਾਸਰ ਝੂਠ ਆ। ਫਿਰ ਸਿੱਧਾਂ ਨੇ ਵੀ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਇਹ ਜਿਹੜੀ ਧਰਤੀ ਹੈ ਨਾ, ਬਲਦ ਦੇ ਸਿੰਘਾਂ ਦੇ ਖਲੋਤੀ ਆ, ਤੇ ਸੱਚੇ ਪਾਤਸ਼ਾਹ ਨੇ ਕਿਹਾ ਕਿ ਧਰਤੀ ਦੇ ਥੱਲੇ ਕੀ ਹੈ? ਕਹਿਣ ਲੱਗੇ ਜੀ ਬਲਦ ਦੇ ਥੱਲੇ ਕੀ ਹੈ? ਕਹਿਣ ਲੱਗੇ ਜੀ ਧਰਤੀ। ਤੇ ਸੱਚੇ ਪਾਤਸ਼ਾਹ ਨੇ ਫਿਰ ਸਵਾਲ ਕੀਤਾ ਵੀ ਉਹ ਧਰਤੀ ਦੇ ਥੱਲੇ ਕੀ ਹੈ? ਉਸ ਧਰਤੀ ਦੇ ਥੱਲੇ ਕੀ ਹੈ? ਆਖਰਕਾਰ ਉਹਨਾਂ ਨੂੰ ਮੰਨਣਾ ਪਿਆ ਵੀ
ਨਹੀਂ, ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਸੁਣਿਆ ਧਰਤ ਧਵਲ ਆਕਾਸ਼। ਧਵਲ ਕੀ ਆ? ਧੌਲਾ ਬਲਦ। ਧੌਲਾ ਬਲਦ ਕੀ ਆ? ਧਰਮ। ਧਰਮ ਦੇ ਆਸਰੇ ਤੇ ਧਰਤੀ ਖਲੋਤੀ ਆ। ਧਰਤੀ ਦੇ ਥੱਲੇ ਕੋਈ ਬਲਦ ਨਹੀਂਗਾ। ਇਹ ਤੇ ਇੱਕ ਦੰਦ ਕਥਾ ਹੈ, ਜਾਂ ਲੋਕਾਂ ਨੂੰ ਭਰਮਾਉਣ ਦੇ ਸੰਬੰਧ ਵਿੱਚ ਇਹਨਾਂ ਲੋਕਾਂ ਨੇ ਕਿਹਾ ਕਿ ਧਰਤੀ ਦੇ ਥੱਲੇ ਇੱਕ ਬਲਦ ਆ, ਤੇ ਬਲਦ ਦੇ ਸਿੰਗਾਂ ਤੇ ਧਰਤੀ ਖਲੋਤੀ ਆ। ਕਿ ਜਦੋਂ ਇੱਕ ਸਿੰਘ ਤੋਂ ਦੂਜੇ ਸਿੰਘ ਤੇ ਧਰਤੀ ਕਰਦਾ, ਉਦੋਂ ਭੁਚਾਲ ਆਉਂਦਾ। ਤੇ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਕਥਨ ਕਰਦੇ ਆ ਕਿ ਸੁਣਿਆ, ਕੰਨਾਂ ਦੇ ਨਾਲ ਪਰਮੇਸ਼ਰ ਦੀ ਜਸ ਵਡਿਆਈ ਸੁਣਨ ਦੇ ਨਾਲ ਪਤਾ ਲੱਗਦਾ ਕਿ ਧਰਤੀ ਆ। ਕਿੰਨੀਆਂ ਧਰਤੀਆਂ ਨੇ ਗੁਰਮੁਖੋ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਲੱਖਾਂ ਹੀ ਧਰਤੀਆਂ, ਲੱਖਾਂ ਹੀ ਪਾਤਾਲ ਆ। ਇਹ ਪਤਾ ਕਿਵੇਂ ਲੱਗਦਾ? ਜਦੋਂ ਪਰਮੇਸ਼ਰ ਦੀ ਜਸ ਵਡਿਆਈ ਜੀਵ ਆਪਣੇ ਕੰਨਾਂ ਨਾਲ ਸੁਣਦਾ। ਤੇ ਲੱਖਾਂ ਧਰਤੀਆਂ, ਧਰਤੀ ਕਿਹਦੇ ਆਸਰੇ ਖਲੋਤੀ ਆ? ਤੇ ਸਿੱਧ ਲੋਕੋ, ਜਦੋਂ ਜੀਵ ਆਪਣੇ ਕੰਨਾਂ ਦੇ ਨਾਲ ਪਰਮੇਸ਼ਰ ਦੀ ਜਸ ਵਡਿਆਈ ਸੁਣਦਾ, ਉਹਨੂੰ ਫਿਰ ਪਤਾ ਲੱਗ ਜਾਂਦਾ ਕਿ ਇਹਦੇ ਥੱਲੇ ਕੀ ਆ? ਧਵਲ। ਧਵਲ ਦਾ ਅਰਥ ਕੀ ਆ? ਧਰਮ। ਧਰਮ ਦੇ ਸਿਰ ਤੇ ਹੀ ਧਰਤੀ ਖਲੋਤੀ ਆ। ਤੇ ਆਕਾਸ਼ ਕਿਹਦੇ ਸਿਰ ਤੇ ਖਲੋਤਾ? ਜਿਸ ਤਰ੍ਹਾਂ ਕੋਈ ਬਿਲਡਿੰਗ ਮਕਾਨ ਤਿਆਰ ਕੀਤਾ ਜਾਂਦਾ, ਉਹਦੇ ਥੱਲੇ ਗੁਰਮੁਖੋ ਕੰਧਾਂ ਕੀਤੀਆਂ ਜਾਂਦੀਆਂ, ਪਿੱਲਰ ਕੱਢੇ ਜਾਂਦੇ ਆ, ਬੀਮ ਭਰੇ ਜਾਂਦੇ ਆ ਛੱਤ ਖਿਲਾਰਨ ਵਾਸਤੇ। ਪਰ ਜਿਹੜੀ ਪਰਮੇਸ਼ਰ ਨੇ ਛੱਤ ਆਕਾਸ਼ ਦੀ ਪਾਈ ਹੈ ਨਾ, ਇਹਦੇ ਥੱਲੇ ਗੁਰਮੁਖੋ ਕੋਈ ਪਿੱਲਰ ਨਹੀਂ, ਕੋਈ ਕੰਧ ਨਹੀਂ, ਕੋਈ ਬੁਰਜੀ ਨਹੀਂ। ਫਿਰ ਇਹ ਖਲੋਤਾ ਕਿਹਦੇ ਆਸਰੇ ਆ? ਮਿਨ ਥੰਮਾ ਗਗਨ ਰਹਾਇਆ। ਬਿਨਾਂ ਥੰਮੀਆਂ ਤੋਂ ਗੁਰਮੁਖੋ ਇਹ ਜਿਹੜਾ ਪਰਮੇਸ਼ਰ ਧਰਤੀ ਦੇ ਉੱਪਰ ਨੀਲੇ ਰੰਗ ਦਾ ਆਕਾਸ਼ ਛੱਤ ਬਣਾਈ ਹੈ ਨਾ, ਇਹਨੂੰ ਕਿਸੇ ਦਾ ਆਸਰਾ ਨਹੀਂ। ਇਹ ਪਰਮੇਸ਼ਰ ਦੇ ਆਸਰੇ, ਜਿਸ ਤਰ੍ਹਾਂ ਕਿ ਧਰਤੀ ਆ, ਇਹ ਗੁਰਮੁਖੋ ਪਾਪਾਂ ਕਰਕੇ ਵਿਆਪਲ ਹੋ ਜਾਂਦੀ ਹੈ। ਧਰਤੀ ਨੂੰ ਕਿਸੇ ਦਾ ਭਾਰ ਨਹੀਂ ਲੱਗਦਾ, ਇੱਕ ਅਕਿਰਤ ਘਣ ਦਾ ਭਾਰ ਲੱਗਦਾ। ਨਾ ਪਰਬਤਾਂ ਦਾ, ਨਾ ਸਮੁੰਦਰਾਂ ਦਾ, ਨਾ ਨਦੀਆਂ ਦਾ, ਨਾ ਦੁਨੀਆ ਦੇ ਲੋਕਾਂ ਦਾ ਗੁਰਮੁਖੋ ਧਰਤੀ ਨੂੰ ਭਾਰ ਨਹੀਂ ਲੱਗਦਾ। ਤਾਂ ਭਾਰ ਕਾਹਦਾ ਲੱਗਦਾ? ਅਕਿਰਤ ਘਣ ਦਾ। ਤੇ ਇਕਿਰਤ ਘਣ ਕੌਣ ਹੁੰਦਾ? ਜਿਹੜਾ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲ ਜਾਵੇ। ਤੇ ਪਰਉਪਕਾਰ ਕਿਹਨੇ ਕੀਤਾ? ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ, ਸਮਾਂ ਦਿੱਤਾ, ਸਵਾਸ ਦਿੱਤੇ ਆ। ਅਸੀਂ ਅਕਿਰਤ ਕਣ ਹੋ ਗਏ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਸਰੀਰ ਦਿੱਤਾ, ਦਿਲ ਦਿਮਾਗ ਸੋਚ ਦਿੱਤੀ ਆ, ਹੱਥ ਪੈਰ ਦਿੱਤੇ ਆ, ਸੋਝੀ ਦਿੱਤੀ ਆ, ਜ਼ੁਬਾਨ ਦਿੱਤੀ ਆ, ਛਕਣ ਵਾਸਤੇ 36 ਪ੍ਰਕਾਰ ਦੇ ਪਦਾਰਥ ਦਿੱਤੇ ਆ। ਤੇ ਉਹਨਾਂ ਸਵਾਸਾਂ ਦੇ ਨਾਲ ਗੁਰਮੁਖੋ ਅਸੀਂ ਬੰਦਗੀ ਨਹੀਂ ਕਰਦੇ, ਪਰਮੇਸ਼ਰ ਨੂੰ ਯਾਦ ਹੀ ਨਹੀਂ ਕਰਦੇ। 36 ਪ੍ਰਕਾਰ ਦੇ ਪਦਾਰਥ ਦਿੱਤੇ ਆ। 36 ਪ੍ਰਕਾਰ ਦੇ ਪਦਾਰਥ ਛੱਡ ਕਰਕੇ ਜੀਵ ਕੀ ਖਾਂਦਾ? ਤੰਬਾਕੂ ਖਾਂਦਾ, ਸ਼ਰਾਬ ਪੀਂਦਾ, ਮਾਸ ਖਾਂਦਾ। ਗੁਰਮੁਖੋ ਸਭ ਤੋਂ ਨਖਿੱਧ ਪਸ਼ੂ ਆ ਖੋਤਾ। ਖੋਤਾ ਜਦੋਂ ਵੀ ਮਾਲਕ ਛੱਡਦਾ ਤੇ ਰੂੜੀਆਂ ਤੇ ਜਾ ਕਰਕੇ ਕੱਖ ਚੁਗਦਾ। ਖੋਤਾ ਰੂੜੀਆਂ ਤੇ ਲੇਟਦਾ, ਖੋਤਾ ਸੁਆਹ ਤੇ ਲੇਟਦਾ। ਇਹਨੂੰ ਨਖਿੱਧ ਜੋਨੀ ਕਿਹਾ ਜਾਂਦਾ। ਇਹਨੂੰ ਢੋਰ ਪਸ਼ੂ ਕਿਹਾ ਜਾਂਦਾ। ਢੋਰ ਪਸ਼ੂ ਉਹ ਹੁੰਦਾ ਜਿਹੜਾ ਪਸ਼ੂਆਂ ਦਾ ਚਾਰਾ ਢੋਣ ਵਾਲਾ ਹੋਵੇ। ਨਖਿੱਧ ਜੋਨੀ ਆ ਖੋਤਾ। ਤੇ ਗੁਰਮੁਖੋ ਕਿਸੇ ਭਾਂਡੇ ਵਿੱਚ ਸ਼ਰਾਬ ਪਾ ਕਰਕੇ ਤੇ ਖੋਤੇ ਦੇ ਅੱਗੇ ਦੇ ਰੱਖਦੇ ਨਾ, ਖੋਤੇ ਦੇ ਖੋਤਾ ਸ਼ਰਾਬ ਨਹੀਂ ਪੀਊਗਾ। ਆਪਣੇ ਆਪ ਨੂੰ ਚਤਰ, ਸਿਆਣਾ, ਚਲਾਕ ਅਖਵਾਉਣ ਵਾਲਾ ਮਨੁੱਖ ਖੋਤੇ ਨਾਲੋਂ ਵੀ ਨਿੱਘਰ ਗਿਆ। ਖੋਤਾ ਸ਼ਰਾਬ ਪੀਂਦਾ ਨਹੀਂ, ਜਿਹਨੂੰ ਕੋਈ ਸੋਝੀ ਨਹੀਂ। ਪਰ ਅੱਜ ਕੱਲ੍ਹ ਦਾ ਪੜ੍ਹਿਆ ਲਿਖਿਆ ਆਪਣੇ ਆਪ ਨੂੰ ਚਤਰ ਅਖਵਾਉਣ ਵਾਲਾ ਮਨੁੱਖ ਸ਼ਰਾਬ ਦੇ ਪਿਆਲੇ ਭਰ ਭਰ ਕੇ ਪੀਂਦਾ। ਫਿਰ ਤੰਬਾਕੂ ਖਾਂਦਾ। ਖੋਤੇ ਦੇ ਅੱਗੇ ਕਿਸੇ ਭਾਂਡੇ ਵਿੱਚ ਪਾ ਕਰਕੇ ਤੁਸੀਂ ਤੰਬਾਕੂ ਰੱਖਦੇ ਹੋ ਤੇ ਖੋਤਾ ਤੰਬਾਕੂ ਨਹੀਂ ਖਾਊਗਾ। ਤੇ ਅੱਜ ਕੱਲ੍ਹ ਦਾ ਪੜ੍ਹਿਆ ਲਿਖਿਆ ਮਨੁੱਖ ਖੋਤਾ ਨਕਾਰ ਦਿੰਦਾ, ਤੰਬਾਕੂ ਖਾਂਦਾ ਨਹੀਂ।
ਪਰ ਸੋਝੀ ਵਾਲਾ ਜੀਵ ਅੱਜ ਤੰਬਾਕੂ ਵੀ ਖਾਈ ਜਾਂਦਾ। ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਦੇ ਟਾਈਮ ਤੇ ਸਰਕਾਰੀ ਅਦਾਰਿਆਂ ਨੇ ਐਲਾਨ ਕੀਤਾ ਸੀ ਕਿ ਹਿੰਦੁਸਤਾਨ ਬਹੁਤ ਗਰੀਬ ਹੋ ਗਿਆ, ਗਰੀਬੀ ਆ ਗਈ ਹੈ, ਗਰੀਬ ਮੁਲਕ ਆ। ਤੇ ਮਹਾਂਪੁਰਖਾਂ ਨੇ ਬਚਨ ਕੀਤੇ ਸਨ, ਜੇਕਰ ਹਿੰਦੁਸਤਾਨ ਦੀ ਧਰਤੀ ਤੋਂ ਤੰਬਾਕੂ ਖਾਣਾ ਬੰਦ ਕਰ ਦਿਓ, ਸ਼ਰਾਬ ਬੰਦ ਕਰ ਦਿਓ। ਤੁਸੀਂ ਤੇ ਕਹਿੰਦੇ ਆ ਨਾ ਕਿ ਹਿੰਦੁਸਤਾਨ ਦੀ ਧਰਤੀ ਤੇ ਗਰੀਬੀ ਬਹੁਤ ਆ। ਅਸੀਂ ਦਾਅਵਾ ਕਰਦੇ ਹਾਂ ਕਿ ਤੰਬਾਕੂ ਬੰਦ ਕਰ ਦਿਓ, ਸ਼ਰਾਬ ਦੇ ਠੇਕੇ ਬੰਦ ਕਰ ਦਿਓ। ਸਰਕਾਰ ਕਹਿੰਦੀ ਆ ਕਿ ਜਿਹੜੇ ਸ਼ਰਾਬ ਦੇ ਠੇਕੇ ਆ ਉਹਨਾਂ ਦੀ ਆਮਦਨ ਬੜੀ ਆ, ਉਹਦੇ ਨਾਲ ਦੇਸ਼ ਨੂੰ ਤਰੱਕੀ ਹੁੰਦੀ ਆ। ਧਾਰਮਿਕ ਗ੍ਰੰਥ ਸ਼ਰਾਬ ਦੀ ਨਿਖੇਧੀ ਕਰਦੇ ਆ ਤੇ ਪੜ੍ਹੇ ਲਿਖੇ ਜਿਹੜੇ ਆਪਣੇ ਆਪ ਨੂੰ ਵਜ਼ੀਰ, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਖਵਾਉਂਦੇ ਆ, ਉਹ ਕਹਿੰਦੇ ਕਿ ਸ਼ਰਾਬ ਦੇ ਠੇਕਿਆਂ ਦੀ ਆਮਦਨ ਬੜੀ ਆ। ਸ਼ਰਾਬ ਦੇ ਠੇਕਿਆਂ ਦੀ ਆਮਦਨ ਦੇ ਨਾਲ ਦੇਸ਼ ਤਰੱਕੀ ਕਰਦਾ। ਤੇ ਮਹਾਂਪੁਰਖਾਂ ਨੇ ਕਿਹਾ ਸੀ ਤੰਬਾਕੂ ਬੰਦ ਕਰ ਦਿਓ, ਸ਼ਰਾਬ ਦੇ ਠੇਕੇ, ਤਮਾਮ ਨਸ਼ੇ ਬੰਦ ਕਰ ਦਿਓ। ਤੁਸੀਂ ਕਹਿੰਦੇ ਨਾ ਗਰੀਬੀ ਬੜੀ ਹਿੰਦੁਸਤਾਨ ਦੀ ਧਰਤੀ ਤੇ। ਅਸੀਂ ਦਾਅਵਾ ਕਰਦੇ, ਸਾਡਾ ਵਿਸ਼ਵਾਸ ਆ ਹਿੰਦੁਸਤਾਨ ਦੀ ਧਰਤੀ ਤੋਂ ਗਰੀਬੀ ਖੰਭ ਲਾ ਕੇ ਉੱਡ ਜੂਗੀ। ਕੱਢਣੀ ਸ਼ਰਾਬ, ਮਿਲਾਂ ਸ਼ਰਾਬ ਦੀਆਂ, ਦੁਨੀਆ ਤੇ ਠੇਕੇ ਚਲਾਉਣੇ। ਤੇ ਗੁਰਮੁਖੋ, ਸ਼ਰਾਬ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ, ਜਿਤ ਪੀਤੈ ਮਤ ਵਿਸਰੈ, ਦਰਗਹਿ ਮਿਲੈ ਸਜਾਏ। ਉਹ ਜਿਸ ਸ਼ਰਾਬ ਦੀ ਪੀਣ ਦੇ ਨਾਲ ਇਸ ਲੋਕ ਦੀ ਲਾਹਣਤ ਤੇ ਪਰਲੋਕ ਦੀ ਸਜ਼ਾ ਮਿਲਦੀ ਆ, ਉਹਨੂੰ ਦੇਸ਼ ਦੇ ਪ੍ਰਬੰਧ ਚਲਾਉਣ ਵਾਲੇ ਕਹਿੰਦੇ ਕਿ ਇਹ ਸਾਡੀ ਤਰੱਕੀ ਦਾ ਸਾਧਨ ਆ, ਇਹਦੇ ਨਾਲ ਆਮਦਨ ਬੜੀ ਆ। ਤੇ ਤੰਬਾਕੂ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਿੱਚ ਬਚਨ ਹਨ। ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ, ਜੰਮ ਪਕੜ ਚਲਾਈਆਂ। ਪਾਨ ਖਾਣੇ, ਸੁਪਾਰੀਆਂ ਖਾਣੀਆਂ, ਬੀੜੀਆਂ ਪੀਣੀਆਂ। ਜਿਹੜੇ ਨਸ਼ੇ ਕਰਦੇ ਆ ਨਾ, ਉਹਨਾਂ ਨੂੰ ਜੰਮ ਫੜ ਕੇ ਲਿਜਾਂਦੇ ਆ, ਮਾਰਾਂ ਮਾਰਦੇ ਆ, ਨਰਕਾਂ ਦੀ ਸਜ਼ਾ ਮਿਲਦੀ ਆ। ਤੇ ਸਾਡੇ ਦੇਸ਼ ਦੇ ਪ੍ਰਬੰਧਕਾਂ ਨੇ ਇਹ ਦੁਕਾਨਾਂ ਤੇ ਵੇਚਣ ਵਾਸਤੇ ਇਜਾਜ਼ਤ ਦਿੱਤੀ ਆ। ਤੇ ਗੁਰਮੁਖੋ, ਇਸੇ ਤਰ੍ਹਾਂ ਮਾਸ ਖਾਣਾ ਇਹ ਕਿਸੇ ਧਰਮ ਦਾ ਕਰਮ ਨਹੀਂ। ਮਾਸ ਦੇ ਪ੍ਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਜੀ ਵਧੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਜੇਕਰ ਜੀਵ ਹੱਤਿਆ ਕਰਨ ਵਾਲਾ ਇੱਕ ਬੰਦਾ ਧਰਮੀ ਆ, ਤੇ ਗੁਰਮੁਖੋ ਅਸੀਂ ਕਸਾਈ ਕਿਹਨੂੰ ਕਵਾਂਗੇ? ਮਾਸ ਵੇਚਣ ਦੀ, ਜੀਵ ਵੱਢਣ ਦੀ ਸਰਕਾਰਾਂ ਨੇ ਇਜਾਜ਼ਤ ਦਿੱਤੀ ਵੀ ਤੁਹਾਨੂੰ ਖੋਲ੍ਹਿਆ। ਬੱਕਰੇ, ਛਤਰੇ, ਮੱਝਾਂ, ਗਾਈਆਂ ਵੱਢੋ ਤੇ ਆਪ ਖਾਓ ਤੇ ਦੁਨੀਆ ਦੇ ਲੋਕਾਂ ਨੂੰ ਵੇਚੋ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਕਿ ਜੇਕਰ ਜੀਵ ਹੱਤਿਆ ਕਰਨ ਵਾਲਾ ਇੱਕ ਧਰਮੀ ਬੰਦਾ, ਤੇ ਦੱਸੋ ਅਸੀਂ ਕਸਾਈ ਕਿਹਨੂੰ ਕਵਾਂਗੇ? ਤੇ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਸੁਣਿਆ ਧਰਤ ਤਵਲ ਆਕਾਸ਼, ਜਿਹੜੀ ਧਰਤੀ ਆ ਨਾ, ਇੱਕ ਧਰਮ ਦੇ ਨਾਂ ਤੇ ਖਲੋਤੀ ਆ। ਆਕਾਸ਼ ਬਿਨ ਥੰਮਾ ਗਗਨ ਰਹਾਇਆ। ਜੇਕਰ ਪਰਮੇਸ਼ਰ ਦੀ ਅਸੀਂ ਜਸ ਵਡਿਆਈ ਸੁਣਦੇ ਹਾਂ, ਸਾਨੂੰ ਪਤਾ ਲੱਗਦਾ, ਸੋਝੀ ਮਿਲਦੀ ਆ। ਲੱਖਾਂ ਧਰਤੀਆਂ, ਲੱਖਾਂ ਆਕਾਸ਼ ਆ, ਪਰ ਇਹ ਬਿਨਾਂ ਕਿਸੇ ਦੇ ਆਸਰੇ ਤੋਂ ਖਲੋਤੇ ਹਨ। ਸੁਣਿਆ ਦੀਪ ਲੋ ਪਾਤਾਲ। ਫਿਰ ਸੱਚੇ ਪਾਤਸ਼ਾਹ ਸਾਨੂੰ ਹੋਰ ਗਿਆਤ ਬਖਸ਼ਿਸ਼ ਕਰਦੇ ਆ। ਸੁਣਿਆ ਦੀਪ, ਦੀਪ ਕਿੰਨੇ ਆ, ਲੋ ਕਿੰਨੇ ਆ, ਤੇ ਪਤਾਲ ਕਿੰਨੇ ਆ। ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਜਦੋਂ ਬੰਦਾ
ਪਰਮੇਸ਼ਰ ਦੀ ਜਸ ਵਡਿਆਈ ਆਪਣੇ ਨਿਤ ਕੰਨਾਂ ਦੇ ਨਾਲ ਸੁਣਦਾ, ਪਤਾ ਲੱਗਦਾ ਕਿ 7 ਦੀਪ ਆ, 14 ਲੋਕ ਆ, ਇਸੇ ਤਰ੍ਹਾਂ ਅਗਣਤ ਅਨੇਕਾਂ ਹੀ ਪਤਾਲ ਹੈ। ਪਤਾ ਕਿਵੇਂ ਲੱਗਦਾ? ਸਿੱਧ ਲੋਕੋ, ਜਦੋਂ ਪਰਮੇਸ਼ਰ ਦੀ ਜਸ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣਦਾ ਹੈ। ਸੁਣਿਆ ਪੋਹੇ ਨਾ ਸਕੈ ਕਾਲ। ਸਾਰੀ ਸ੍ਰਿਸ਼ਟੀ ਕਾਲ ਦੇ ਵਾਸਿਆ, ਤੇ ਜਿਹੜਾ ਪਰਮੇਸ਼ਰ ਦੇ ਜਸ ਵਡਿਆਈ ਆਪਣੇ ਕੰਨਾਂ ਨਾਲ ਸੁਣਦਾ ਨਾ, ਉਹਦੇ ਨੇੜੇ ਕਾਲ ਨਹੀਂ ਆ ਸਕਦਾ। ਧਰਮ ਰਾਜਾ ਆਪਣੇ ਦੂਤਾਂ ਨੂੰ ਹੁਕਮ ਕਰਦਾ। ਆਪਾਂ ਰੋਜ਼ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਜਦੋਂ ਸੁਖਾਸਨ ਦੀ ਸੇਵਾ ਕੀਤੀ ਜਾਂਦੀ ਹੁੰਦੀ ਆ, ਉਦੋਂ ਆਪਾਂ ਸ਼ਬਦ ਪੜ੍ਹਦੇ ਹਾਂ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹਣਾ ਹਉ ਹਣਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਆਪਣੇ ਦੂਤਾਂ ਨੂੰ ਧਰਮ ਰਾਜੇ ਨੇ ਹੁਕਮ ਕੀਤਾ ਕਿ ਜਿੱਥੇ ਪਰਮੇਸ਼ਰ ਦੀ ਕੀਰਤੀ ਜਸ ਵਡਿਆਈ ਆ, ਉੱਥੇ ਭੁੱਲ ਕਰਕੇ ਤੁਸੀਂ ਜਾਣਾ ਨਹੀਂ। ਜੇ ਤੁਸੀਂ ਜਾਣ ਦੀ ਗਲਤੀ ਕਰ ਲਈ, ਤੁਸੀਂ ਵੀ ਬੰਨੇ ਜਾਓਗੇ ਤੇ ਮੈਂ ਵੀ ਬੰਨਿਆ ਜਾਊਂਗਾ। ਸਾਨੂੰ ਫਿਰ ਕੋਈ ਦੁਨੀਆ ਦੀ ਤਾਕਤ ਛਡਾ ਨਹੀਂ ਸਕੇਗੀ। ਪਰਮੇਸ਼ਰ ਦੀ ਜਸ ਵਡਿਆਈ ਦਾ ਇੰਨਾ ਪ੍ਰਤਾਪ ਆ। ਫਿਰ ਤਰਕਵਾਦੀ ਨੇ ਤਰਕ ਕਰਨੀ ਆ, ਨਾਸਤਿਕ ਬੰਦੇ ਨੇ ਤਰਕ ਕਰਨੀ ਆ। ਫਿਰ ਜਿਹੜੇ ਪਰਮੇਸ਼ਰ ਦੀ ਜਸ ਵਡਿਆਈ ਸੁਣਨ ਵਾਲੇ, ਉਹ ਮਰਦੇ ਕਿਵੇਂ ਆ? ਸਰੀਰ ਤੇ ਅਕਸਰ ਉਹ ਵੀ ਛੱਡਦੇ ਆ। ਗੁਰਮੁਖੋ ਸਰੀਰ ਛੱਡਦੇ ਆ, ਪਰ ਆਪਣੀ ਮਰਜ਼ੀ ਦੇ ਨਾਲ। ਉਹਨਾਂ ਨੂੰ ਜੰਮਣ ਤੇ ਮਰਨ ਦਾ ਕੋਈ ਦੁੱਖ ਨਹੀਂ ਹੁੰਦਾ। ਗੁਰਮੁਖੋ ਸਾਡੇ ਸਰੀਰ ਦੇ ਉੱਪਰ ਕੋਈ ਤੇਜ਼ ਧਾਰ ਦਾ ਵਾਰ ਹੋ ਜਾਵੇ ਤੇ ਸਰੀਰ ਵਿੱਚੋਂ ਖੂਨ ਲੰਘਦਾ, ਸਰੀਰ ਤੇ ਫੱਟ ਤੇ ਜ਼ਖਮ ਹੁੰਦਾ ਹੈ। ਤੇ ਜਿਸ ਸਰੀਰ ਦੇ ਉੱਪਰ ਵਾਰ ਹੁੰਦਾ, ਫੱਟ ਹੁੰਦਾ, ਜ਼ਖਮ ਹੁੰਦਾ, ਖੂਨ ਨਿਕਲਦਾ, ਤੇ ਉਹ ਰੋਂਦਾ ਕਰਲਾਉਂਦਾ ਵੀ ਆ, ਉਹਨੂੰ ਦੁੱਖ ਹੁੰਦਾ। ਪਰ ਗੁਰਮੁਖੋ ਪਰਮੇਸ਼ਰ ਦੇ ਪਿਆਰਿਆਂ ਦਾ ਫਰਕ ਇਹ ਹੁੰਦਾ ਕਿ ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਨਾਲ ਚੀਰਿਆ ਗਿਆ ਸੀ, ਪਰ ਉਹ ਜਪਜੀ ਸਾਹਿਬ ਪੜ੍ਹਦੇ ਰਹੇ ਸੀ। ਇੰਨਾ ਫਰਕ ਹੈ ਪਰਮੇਸ਼ਰ ਦੇ ਪਿਆਰਿਆਂ। ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਕਵੀ ਭਾਈ ਸੰਤੋਖ ਸਿੰਘ ਕਥਨ ਕਰਦੇ ਆ ਕਿ ਜਦੋਂ ਭਾਈ ਮਤੀ ਦਾਸ ਦੇ ਮੂੰਹ ਵਿੱਚੋਂ 2 ਆਵਾਜ਼ਾਂ ਆਉਣ ਲੱਗੀਆਂ, ਆਸੇ ਪਾਸੇ ਦੇ ਤਮਾਸ਼ਗੀਰ ਲੋਕ ਹੈਰਾਨ ਹੋਣ ਲੱਗੇ ਆ ਕਿ ਕਿਹੋ ਜਿਹਾ ਪਾਤਸ਼ਾਹ ਦਾ ਸਿੱਖ ਆ, ਮੂੰਹ 2 ਫਾੜ ਹੋ ਗਿਆ, ਸਾਰਾ ਅਜੇ ਵੀ ਚੱਲੀ ਜਾਂਦਾ, ਬਾਣੀ ਅਜੇ ਵੀ ਪੜ੍ਹੀ ਜਾਂਦਾ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ, ਦੋਨੋਂ ਮੁਖ ਤੇ ਜਪਜੀ ਪੜ੍ਹੈ, ਦੇਖ ਸਭਨ ਕੈ ਅਚਰਜ ਵੜੈ। ਸਾਰੇ ਦੇਖ ਕਰਕੇ ਹੈਰਾਨ ਹੁੰਦੇ ਆ। ਫਿਰ ਜਿੰਨਾ ਚਿਰ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਸੰਪੂਰਨ ਨਹੀਂ ਹੋਇਆ, ਉਹਨਾਂ ਚਿਰ ਗੁਰਮੁਖੋ ਆਵਾਜ਼ ਨਹੀਂ ਰੁਕੀ। ਇਹ ਆ ਪਰਮੇਸ਼ਰ ਦੇ ਪਿਆਰਿਆਂ ਦਾ ਤੇ ਆਮ ਲੋਕਾਂ ਦੇ ਜੀਵਨ ਦਾ ਫਰਕ। ਸੱਚੇ ਪਾਤਸ਼ਾਹ ਤੇ ਸਾਨੂੰ ਸਮਝਾਉਂਦੇ ਆ ਕਿ ਸੁਣਿਆ ਕੋਈ ਨਾ ਸਕੈ ਕਾਲ। ਜਿਹੜਾ ਕਾਲ ਆ, ਜਿਹੜੇ ਪਰਮੇਸ਼ਰ ਦੀ ਬੰਦਗੀ ਜਸ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣਦੇ ਆ, ਉਹਨਾਂ ਦੇ ਨੇੜੇ ਧਰਮ ਰਾਜੇ ਦੇ ਦੂਤ, ਧਰਮ ਰਾਜਾ ਆਪ ਵੀ ਚੱਲ ਕਰਕੇ ਨਹੀਂ ਆਉਂਦਾ। ਉਹਨਾਂ ਨੂੰ ਕਾਲ, ਮੁਸੀਬਤ, ਮੁਸ਼ਕਿਲ ਦਾ ਸਮਾਂ ਕਦੇ ਵਾਸਤੇ ਪਾਉਂਦਾ, ਨੇੜੇ ਨਹੀਂ ਆਉਂਦਾ ਹੈ। ਨਾਨਕ ਭਗਤਾ ਸਦਾ ਵਿਗਾਸ। ਫਿਰ ਸੱਚੇ ਪਾਤਸ਼ਾਹ ਇਸ ਪੌੜੀ ਦੀ ਸੰਪੂਰਨਤਾ ਵਾਲੀਆਂ ਤੁਕਾਂ ਵਿੱਚ ਕਥਨ ਕਰਦੇ ਆ ਕਿ ਅਸੀਂ ਲੋਕ ਜਿਹੜੇ ਆ, ਜਦੋਂ ਦੁਨਿਆਵੀ ਸੁੱਖ ਮਿਲਦੇ ਆ ਤੇ ਅਸੀਂ ਖੁਸ਼ ਹੁੰਦੇ ਆ। ਸਾਡੇ ਕਰਮਾਂ ਕਰਕੇ ਕਿਤੇ ਮੁਸੀਬਤ ਆ ਜਾਵੇ ਤੇ ਅਸੀਂ ਦੁਖੀ ਹੁੰਦੇ ਆ। ਪਰਮੇਸ਼ਰ ਦੇ ਪਿਆਰਿਆਂ ਦਾ, ਜਿਨ੍ਹਾਂ ਨੇ ਪਰਮੇਸ਼ਰ ਦੀ ਜਸ ਵਡਿਆਈ ਆਪਣੇ ਕੰਨਾਂ ਨਾਲ ਸੁਣੀ, ਉਹਨਾਂ ਦਾ ਕੀ ਫਰਕ ਹੁੰਦਾ? ਨਾਨਕ ਭਗਤਾ ਸਦਾ ਵਿਗਾਸ। ਭਗਤ ਕਿਹਨੂੰ ਕਹਿੰਦੇ? ਜਿਹਨੇ ਭੈ, ਸਾਰੀ ਦੁਨੀਆ ਭੈ ਦੇ ਅੰਦਰ ਆ, ਭੈ ਦੇ ਅਧੀਨ ਆ, ਤੇ ਗਤ ਨਾਮ ਹੈ ਨਾਸ਼ ਕਰਨ ਦਾ। ਜਿਨ੍ਹਾਂ ਨੇ ਲੋਕ ਤੇ ਪਰਲੋਕ ਦਾ ਭੈ, ਤਕੜੇ ਤੇ ਮਾੜੇ ਦਾ ਭੈ,
ਦੂਰ ਕਰ ਦਿੱਤਾ ਭੈ ਨੂੰ, ਆਪਣੇ ਮਨ ਵਿੱਚੋਂ ਦੂਰ ਕਰ ਦਿੱਤਾ, ਨਾਸ਼ ਕਰ ਦਿੱਤਾ। ਇੱਕ ਸਾਰ ਕਿਤਾਵੜੀ ਵਿਦਾਂਤ ਦਾ ਛੋਟਾ ਜਿਹਾ ਗ੍ਰੰਥ ਆ। ਸਾਰ ਕਿਤਾਵੜੀ ਗ੍ਰੰਥ ਦਾ ਕਰਤਾ, ਜੇਕਰ ਬੰਦੇ ਦੇ ਅੰਦਰ ਗਿਆਨ ਨਹੀਂ ਤੇ ਉਹਦੇ ਵਿੱਚ ਤੇ ਪਸ਼ੂ ਵਿੱਚ ਕੋਈ ਵੀ ਫਰਕ ਨਹੀਂ। ਉਸ ਕਵੀ ਦੇ ਬਚਨ ਹਨ, ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ। ਨਿੰਦਰਾ ਭੋਜਨ ਭੋਗ ਭੈ, ਸੌਣਾ, ਪਸ਼ੂ ਵੀ ਸੌਂਦਾ ਤੇ ਮਨੁੱਖ ਵੀ ਸੌਂਦਾ, ਖਾਂਦਾ ਪਸ਼ੂ ਵੀ ਆ ਤੇ ਖਾਂਦਾ ਮਨੁੱਖ ਵੀ ਆ। ਭੋਗ ਪਸ਼ੂ ਵੀ ਕਰਦਾ ਤੇ ਭੋਗ ਮਨੁੱਖ ਵੀ ਕਰਦਾ। ਭੈ ਆਪਣੇ ਤੋਂ ਤਕੜੇ ਕੋਲੋਂ ਡਰਨਾ ਤੇ ਮਾੜੇ ਨੂੰ ਡਰਾਉਣਾ ਪਸ਼ੂ ਦੀ ਵੀ ਆਦਤ ਆ ਤੇ ਬੰਦੇ ਦੀ ਵੀ ਆਦਤ ਆ। ਬੰਦਾ ਹਮੇਸ਼ਾ ਆਪਣੇ ਤੋਂ ਤਕੜੇ ਕੋਲੋਂ ਡਰਦਾ ਤੇ ਮਾੜੇ ਨੂੰ ਡਰਾਉਂਦਾ। ਪਸ਼ੂ ਵੀ ਆਪਣੇ ਤੋਂ ਤਕੜੇ ਕੋਲੋਂ ਡਰਦਾ ਤੇ ਮਾੜੇ ਨੂੰ ਡਰਾਉਂਦਾ। ਇਹ ਪਸ ਪੁਰਖ ਸਮਾਨ, ਇਹ ਜਿਹੜੇ ਗੁਣ ਆ ਪਸ਼ੂ ਦੇ ਤੇ ਬੰਦੇ ਦੇ ਇੱਕੋ ਜਿਹੇ ਆ। ਤੇ ਫਿਰ ਬੰਦੇ ਦੇ ਵਿੱਚ ਤੇ ਪਸ਼ੂ ਦੇ ਵਿੱਚ ਵਾਧਾ ਕੀ ਆ, ਫਰਕ ਕੀ ਆ? ਨਰਨ ਗਿਆਨ ਨਿਜ ਅਦਕਤਾ। ਬੰਦੇ ਦੇ ਵਿੱਚ ਤੇ ਪਸ਼ੂ ਵਿੱਚ ਵਾਧਾ ਇਹ ਹੈ ਵੀ ਬੰਦੇ ਦੇ ਅੰਦਰ ਗਿਆਨ ਹੁੰਦਾ। ਨਰਨ ਗਿਆਨ ਨਿਜ ਅਦਕਤਾ, ਗਿਆਨ ਬਿਨਾ ਪਾਸ ਜਾਨ। ਜੇਕਰ ਬੰਦੇ ਦੇ ਅੰਦਰ ਗਿਆਨ ਨਹੀਂ ਤੇ ਗੁਰਮੁਖੋ ਉਹਦੇ ਵਿੱਚ ਤੇ ਪਸ਼ੂ ਵਿੱਚ ਕੋਈ ਵੀ ਫਰਕ ਨਹੀਂ, ਬਲਕਿ ਪਸ਼ੂ ਬੰਦੇ ਨਾਲੋਂ ਚੰਗਾ ਹੈ। ਪਸ਼ੂ ਦੇ ਪਰਥਾਏ ਪਾਵਨ ਗੁਰਬਾਣੀ ਦੇ ਬਚਨ ਹਨ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ। ਪੱਠੇ ਖਾ ਕਰਕੇ ਤੇ ਗੁਰਮੁਖੋ ਅੰਮ੍ਰਿਤ ਵਰਗਾ ਦੁੱਧ ਦਿੰਦਾ। ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਉਹਦੇ ਜੀਵਨ ਨੂੰ ਧ੍ਰਿਗਾ ਕਾਰਿਆ ਤੇ ਜਿਹੜੇ ਨਿਖਿੱਧ ਕਰਮ ਕਰਦਾ ਉਹਨਾਂ ਨੂੰ ਸੈਂਕੜੇ ਵਾਰ ਲਾਹਣਤਿਆ। ਸਗੋਂ ਪਸ਼ੂ ਬੰਦੇ ਦੇ ਨਾਲੋਂ ਚੰਗਾ, ਪੱਠੇ ਖਾ ਕਰਕੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦਾ। ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਨਾਨਕ ਭਗਤਾ ਸਦਾ ਵਿਗਾਸ। ਦੁਨੀਆ ਦੇ ਲੋਕਾਂ ਦਾ ਜਿਨ੍ਹਾਂ ਨੇ ਪਰਮੇਸ਼ਰ ਦੀ ਜਸ ਵਡਿਆਈ ਆਪਣੇ ਕੰਨਾਂ ਦੇ ਨਾਲ ਸੁਣੀ, ਉਹਨਾਂ ਦਾ ਮਨ ਵਿੱਚੋਂ ਭੈ ਦੂਰ ਹੋ ਗਿਆ। ਆਮ ਤੌਰ 'ਤੇ ਜਿਹੜਾ ਸਟੇਜਾਂ ਦਾ ਬੁਲਾਰਾ ਹੁੰਦਾ, ਆਪਾਂ ਉਹਨੂੰ ਗਿਆਨੀ ਕਹਿ ਦਿੰਦੇ ਹਾਂ ਵੀ ਇਹ ਬੰਦਾ ਗਿਆਨੀ ਆ। ਤੇ ਗਿਆਨੀ ਦੇ ਪਰਥਾਏ ਨੌਵੇਂ ਪਾਤਸ਼ਾਹ ਭੋਗ ਦੇ ਸ਼ਲੋਕਾਂ ਅੰਦਰ ਕਥਨ ਕਰਦੇ ਹਨ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਜਿਹੜਾ ਕਿਸੇ ਤੋਂ ਡਰਦਾ ਨਹੀਂ, ਜਿਹੜਾ ਗੁਰਮੁਖੋ ਕਿਸੇ ਤੋਂ ਡਰਦਾ ਨਹੀਂ ਨਾ, ਉਹ ਕਿਸੇ ਨੂੰ ਡਰਾਉਂਦਾ ਵੀ ਨਹੀਂ। ਜਿਹੜਾ ਕਿਸੇ ਨੂੰ ਡਰਾਉਂਦਾ ਨਹੀਂ, ਉਹ ਕਿਸੇ ਤੋਂ ਡਰਦਾ ਵੀ ਨਹੀਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਅਸਲ ਵਿੱਚ ਦੁਨੀਆ ਦੇ ਲੋਕੋ ਉਹਨੂੰ ਗਿਆਨੀ ਕਿਹਾ ਜਾਂਦਾ ਜਿਹੜਾ ਨਾ ਤਾਂ ਕਿਸੇ ਤੋਂ ਡਰੇ ਤੇ ਨਾ ਕਿਸੇ ਨੂੰ ਡਰਾਵੇ। ਤੇ ਅੱਜ ਕੱਲ੍ਹ ਦੇ ਜਿਹੜੇ ਪ੍ਰਚਾਰਕ ਆ ਉਹ ਡਰਦੇ ਮਾਰੇ ਆਪਣੇ ਨਾਲ ਜੈਡ ਸੁਰੱਖਿਆ ਰੱਖੀ ਫਿਰਦੇ ਆ। ਸਰਕਾਰ ਕੋਲੋਂ ਮੰਗ ਕਰਦੇ ਆ ਕਿ ਮੈਨੂੰ ਖਤਰਾ ਤੇ ਮੈਨੂੰ ਸੁਰੱਖਿਆ ਦਿੱਤੀ ਜਾਵੇ, ਤੇ ਸਰਕਾਰ ਫਿਰ ਉਹਨਾਂ ਨੂੰ ਸੁਰੱਖਿਆ ਦਿੰਦੀ ਆ। ਗੁਰਮੁਖੋ ਪ੍ਰਚਾਰਕ ਨਹੀਂ ਡਰਦਾ, ਗਿਆਨੀ ਨਹੀਂ ਡਰਦਾ। ਇਹਨਾਂ ਲੋਕਾਂ ਨੂੰ ਪ੍ਰਚਾਰ 'ਚ ਕਿਹਾ ਨਹੀਂ ਜਾ ਸਕਦਾ ਤੇ ਗਿਆਨੀ ਵੀ ਨਹੀਂ ਕਿਹਾ ਸਕਦਾ, ਜਿਹੜੇ ਆਪਣੀ ਸਰੀਰਕ ਰੱਖਿਆ ਵਾਸਤੇ ਸਰਕਾਰ ਕੋਲੋਂ ਸਹਾਇਤਾ ਲੈਂਦੇ ਆ। ਹੁਣ ਦੱਸੋ ਇਹਨਾਂ ਲੋਕਾਂ ਨੂੰ ਸੱਚੇ ਕਵਾਂਗੇ ਜਾਂ ਨੌਵੇਂ ਪਾਤਸ਼ਾਹ ਦੀ ਪਾਵਨ ਗੁਰਬਾਣੀ ਨੂੰ ਸੱਚੇ ਕਵਾਂਗੇ? ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਨਾਨਕ ਭਗਤਾ ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਭੈ ਨੂੰ ਗਤ ਕਰ ਦਿੱਤਾ, ਨਾਸ਼ ਕਰ ਦਿੱਤਾ, ਸਦਾ ਵਿਗਾਸ। ਦੁਨੀਆ ਦੇ ਸੁੱਖ ਵੇਖ ਕਰਕੇ ਤੇ ਕਦੇ ਉਹ ਖੁਸ਼ ਨਹੀਂ ਹੁੰਦੇ। ਜੇਕਰ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਕੋਈ ਵਿਪਤਾ ਪੈ ਜਾਵੇ ਤੇ ਗੁਰਮੁਖੋ ਰੋਂਦੇ ਕਰਲਾਉਂਦੇ ਵੀ ਨਹੀਂ। ਉਹ ਰੱਬ ਨੂੰ ਲਾਮਾ ਨਹੀਂ ਦਿੰਦੇ, ਰੱਬ ਨੂੰ ਤਾਨਾ ਨਹੀਂ ਮਾਰਦੇ। ਉਹ ਕੀ ਕਰਦੇ ਆ? ਦੱਦਾ ਦੋਸ਼ ਨੇ ਉਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ
ਉਹ ਆਪਣੇ ਕਰਮਾਂ ਦਾ ਕਸੂਰ ਸਮਝਦੇ ਆ ਕਿ ਜੇ ਉਹ ਜਿਵੇਂ ਕਰਮ ਕੀਤੇ ਆ ਉਹ ਜਿਹੇ ਭੋਗਣੇ ਆ। ਉਪਰੰਤ ਉਹ ਪਰਮੇਸ਼ਰ ਦੀ ਰਜ਼ਾ ਵਿੱਚ ਰਹਿੰਦੇ ਆ ਕਿ ਮੇਰੇ ਗੁਰੂ ਨੇ ਮੇਰਾ ਭਲਾ ਕੀਤਾ। ਦੁੱਖ ਦਾਰੂ ਸੁੱਖ ਰੋਗ ਪਿਆ। ਜਿਹੜਾ ਦੁੱਖ ਆ ਇਹ ਤੇ ਦਵਾਈ ਆ, ਇਹ ਤੇ ਦਾਰੂ ਆ। ਸੁੱਖ ਰੋਗ ਆ ਉਹ ਦੁੱਖ ਚੰਗਾ ਜਿਹਦੇ ਨਾਲ ਪਰਮੇਸ਼ਰ ਦੀ ਬੰਦਗੀ, ਪਰਮੇਸ਼ਰ ਦੀ ਯਾਦ ਆਉਂਦੀ ਆ। ਗੁਰਮੁਖੋ ਉਹ ਸੁੱਖ ਕਹਿਦਾ ਜਿਹਦੇ ਨਾਲ ਪਰਮੇਸ਼ਰ ਦੀ ਯਾਦ ਭੁੱਲ ਗਈ। ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹਨਾਂ ਦੇ ਮਨ ਵਿੱਚ ਸਦਾ ਵਾਸਤੇ ਆਨੰਦ ਤੇ ਖੇੜਾ ਖੁਸ਼ੀ ਬਣਿਆ ਰਹਿੰਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ। ਤੇ ਜਿਹੜੇ ਪਰਮੇਸ਼ਰ ਦੀ ਬੰਦਗੀ ਆਪਣੇ ਕੰਨਾਂ ਨਾਲ ਸੁਣਦੇ ਆ, 4 ਪ੍ਰਕਾਰ ਦਾ ਜਿਹੜਾ ਦੁੱਖ ਆ, ਭਾਵੇਂ ਉਹ ਪਾਪੀ ਵੀ ਹੋਵੇ, ਕਾ ਨਾਸ, ਦੁੱਖਾਂ ਦਾ ਤੇ ਪਾਪਾਂ ਦਾ, ਸਾਰਿਆਂ ਦਾ ਪਰਮੇਸ਼ਰ ਦੀ ਜਸ ਵਡਿਆਈ ਸੁਣਨ ਦੇ ਨਾਲ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ, ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਇਹ ਗੁਰਮੁਖੋ 4 ਪ੍ਰਕਾਰ ਦੇ ਦੁੱਖ ਆ। 4 ਪ੍ਰਕਾਰ ਦਾ ਦੁੱਖ, ਅਨੇਕਾਂ ਤਰ੍ਹਾਂ ਦੇ ਜਿਹੜੇ ਪਾਪ ਆ ਸਾਰੇ ਨਾਸ ਹੋ ਜਾਂਦੇ। ਉਹ ਕਿਵੇਂ? ਜਿਹੜੇ ਆਪਣੇ ਕੰਨਾਂ ਦੇ ਨਾਲ ਪਰਮੇਸ਼ਰ ਦੀ ਜਸ ਵਡਿਆਈ ਸਰਵਣ ਕਰਦੇ ਆ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। 10 ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਥਾਵਾਂ ਪ੍ਰਥਾਵਾਂ 'ਤੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭੂ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।